ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਹਰ ਸ਼੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੈ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਏ। ਕਬਿਤ ਸੋਦਾ ਕੀ ਤਰੰਗਨੀ ਸਿਰੋਗ ਪ੍ਰਭ ਭੰਗਨੀ ਹੈ ਮਹਾਸਵੇਤ ਰੰਗਨੀ ਮਹਾ ਮਨ ਮਾਨੀ ਹੈ। ਜੁਗੋ ਜੁਗ ਅਟਲ ਚਬਰ ਛਤਰ ਤਖਤ ਕੇ ਮਾਲਕ ਸਰਬ ਸਾਂਝੇ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਸਤਸੰਗੀ ਜਨੋਂ ਆਪਾਂ ਸਾਰੇ ਸਰੀਰ ਭਾਗਸ਼ਾਲੀ ਹਾਂ ਇਹਨਾਂ ਨੂੰ ਗੁਰੂ ਹਜ਼ੂਰੀ ਵਿੱਚ ਬੈਠ ਕਰ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਵਾਰਤਾ ਵਿਚਾਰਨ ਅਤੇ ਸਰਵਣ ਕਰਨ ਦਾ ਸਮਾਂ ਪ੍ਰਾਪਤ ਹੋ ਰਿਹਾ ਹੈ। ਕੱਲ੍ਹ ਪਿਛਲੇ ਪ੍ਰਸੰਗ ਆਪਾਂ ਬੜੇ ਵਿਸਥਾਰ ਸਹਿਤ ਸਮਝਣਾ ਕੀਤਾ ਕਿ ਸਤਿਗੁਰ ਦੇਵ ਜੀਆਂ ਤਾਈਂ ਕਿਵੇਂ ਪੰਡਤ ਹਰਦਿਆਲ ਜੀ ਪਾਂਧਾ ਗੋਪਾਲ ਜੀ ਔਰ ਉਹ ਵੈਦ ਜੀ ਆਉਂਦੇ ਹੈ ਜਿਨ੍ਹਾਂ ਦੇ ਤਾਈਂ ਸਤਿਗੁਰ ਦੇਵ ਹੋਰ ਰੱਬੀ ਗਿਆਨ ਹੈ ਜਿਹੜਾ ਉਹਨਾਂ ਤਾਈਂ ਪ੍ਰਦਾਨ ਕਰਦੇ ਹੈ ਔਰ ਰਾਏ ਬੁਲਾਰ ਜੀ ਦੇ ਤਾਈਂ ਵਿਚਾਰ ਵਟਾਂਦਰਾ ਹੁੰਦਾ ਹੈ। ਇਹ ਸਾਰੀ ਵਾਰਤਾ ਆਪਾਂ ਬੜੇ ਵਿਸਥਾਰ ਸਹਿਤ ਵਿਚਾਰੀ ਔਰ ਪ੍ਰਸੰਗ ਦੀ ਸਮਾਪਤੀ ਹੋਈ ਸੀ। ਆਓ ਅਗਲੇ ਪ੍ਰਸੰਗ ਦੀ ਵਾਰਤਾ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀ। ਪ੍ਰੇਮ ਤੇ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬਿਤ ਸੋਦਾ ਕੀ ਤਰੰਗਣੀ ਸਿਰੋਗ ਪ੍ਰਭ ਭੰਗਨੀ ਹੈ ਮਹਾਸਵੇਤ ਰੰਗਨੀ ਮਹਾਨ ਮਨ ਮਾਨੀ ਹੈ। ਹਾਂ ਕਵੀ ਰਾਜ ਇੱਥੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਮੰਗਲ ਕਰ ਰਹੇ ਹੈ। ਬੜੇ ਪਿਆਰੇ ਬਚਨ ਇੱਥੇ ਕਵੀ ਰਾਜ ਕਹਿ ਰਹੇ ਹੈ। ਸੁਧਾ ਕੀ ਤਰੰਗਣੀ ਸੁਧਾ ਕਹਿੰਦਾ ਅੰਮ੍ਰਿਤ ਨੂੰ ਤਰੰਗਣੀ ਮੈਨੇ ਨਦੀ ਗੁਰਬਾਣੀ ਹੈ ਜਿਹੜੀ ਅੰਮ੍ਰਿਤ ਦੀ ਨਦੀ ਦੀ ਨਿਆਈ ਹੈ ਅਤੇ ਜਿਹੜੀ ਸਾਡੇ ਤਾਈਂ ਰੋਗ ਭਰਮ ਭੰਗਣੀ ਹੈ ਭਰਮ ਰੂਪੀ ਜਿਹੜਾ ਸਾਡੇ ਤਾਂ ਸੰਦੇਹ ਰੂਪੀ ਹੈ ਬਣਿਆ ਹੋਇਆ ਸੁਭਾਅ ਸਾਡਾ ਉਹਦੇ ਤਾਈਂ ਹੁਣ ਦੂਰ ਕਰਨ ਵਾਲੀ ਹੈ। ਮਹਾਸਵੇਤ ਰੰਗਨੀ ਅਤੇ ਇਹਦਾ ਜਿਹੜਾ ਰੰਗ ਹੈ ਬਹੁਤ ਮਹਾਨ ਹੈ ਭਾਵ ਡਾਢਾ ਚਿੱਟਾ ਹੈ ਅਤੇ ਮਹਾਨ ਮਨ ਮਾਨੀ ਹੈ ਅਤੇ ਇਹ ਸਾਡੇ ਮਨ ਨੂੰ ਡਾਢੀ ਪਿਆਰੀ ਲੱਗਣ ਵਾਲੀ ਹੈ। ਕਹਿੰਦੋ ਯਹ ਹਸਨੀ ਸੀ ਮਾਨਸ ਵਿਤਨ ਸੰਨੀ ਹੈ ਗੁਣੀਨ ਪ੍ਰਸ ਸੰਨੀ ਸਰਬ ਜਗ ਜਾਨੀ ਹੈ। ਹਾਂ ਜਾਂ ਇਹਨੂੰ ਇਉਂ ਸਮਝੋ ਇਹ ਜਿਹੜੀ ਸਤਿਗੁਰਾਂ ਦੀ ਇਲਾਹੀ ਬਾਣੀ ਹੈ ਕਵੀ ਰਾਜ ਕਹਿੰਦੇ ਮਾਨ ਸਰੋਵਰ ਨੂੰ ਜਿਵੇਂ ਹੁਣ ਸ਼ੋਭਾ ਦਿੰਦੇ ਆ ਕੌਣ ਹੰਸ। ਹੁਣ ਮਾਨ ਸਰੋਵਰ ਆਪਣੇ ਆਪ ਵਿੱਚ ਬਹੁਤ ਸੋਹਣਾ ਪਰ ਜਿਹੜੀ ਹੰਸ ਨਹੀਂ ਸੀ ਜਿਵੇਂ ਮਹੰਸਾਂ ਦੇ ਕਰਕੇ ਮਾਨ ਸਰੋਵਰ ਦੀ ਹੋਰ ਸ਼ੋਭਾ ਹੁੰਦੀ ਹੈ ਇਉਂ ਜਾਣੋ ਅਤੇ ਗੁਣੀ ਪ੍ਰਸੰਨਨੀ ਸਰਬ ਜਗ ਦਾਨੀ ਹੈ ਅਤੇ ਜਿਹੜੇ ਗੁਣੀ ਜਨ ਹੈ ਉਹ ਇਸ ਦੀ ਫਿਰ ਮਹਾਨ ਪ੍ਰਸ਼ੰਸਾ ਕਰਦੇ ਹੈ ਅਤੇ ਸਾਰੇ ਜਹਾਨ ਨੇ ਇਸ ਨੂੰ ਜਾਣ ਲਿਆ ਹੈ। ਕਹਿੰਦੋ ਚੰਦ ਚਾਂਦਨੀ ਸੇ ਮੋਹ ਕਾਮ ਮੰਦਨੀ ਹੈ ਹਿਰਦੇ ਕੀ ਆਨੰਦਨੀ ਸਦੀਵ ਸੁਖ ਦਾਨੀ ਹੈ। ਹਾਂ ਜਾਂ ਕਹਿੰਦੇ ਇਉਂ ਸਮਝੋ ਵੀ ਮੋਹ ਰੂਪੀ ਤਪਸ਼ ਨੂੰ ਹੁਣ ਘੱਟ ਕਰ ਦੇਣ ਵਾਲੀ ਹੁਣ ਚੰਦ ਦੀ ਚਾਂਦਨੀ ਜੈਸੀ ਹੈ ਜਿਹੜੀ ਗੁਰਬਾਣੀ ਹੈ। ਹਿਰਦੇ ਕੀ ਆਨੰਦਨੀ ਸਦੀਵ ਸੁਖ ਦਾਨੀ ਅਤੇ ਹਿਰਦੇ ਨੂੰ ਆਨੰਦ ਦੇਣ ਵਾਲੀ ਅਤੇ ਸਦੀਵ ਕਾਲ ਸਾਨੂੰ ਸੁਖ ਦੇਣ ਵਾਲੀ ਹੈ। ਪ੍ਰੇਮ ਪਟਰਾਨੀ ਸਿਆਣੀ ਗਿਆਨ ਕੀ ਜਨਨ ਜਾਣੀ ਗੁਣੀ ਪਾਣੀ ਬਾਣੀ ਤਾਂ ਕੀ ਗੁਰੂ ਗੁਰਬਾਣੀ ਹੈ। ਹਾਂ ਇਹ ਪ੍ਰੇਮ ਦੀ ਹੁਣ ਸੁਗੜ ਪਟਰਾਣੀ ਹੈ
ਔਰ ਕਵੀ ਜੀ ਕਹਿੰਦੇ ਗਿਆਨ ਦੀ ਜਨਨੀ ਕਹੀਦਾ ਮਾਤਾ ਹੈ, ਭਾਵ ਗੁਰਬਾਣੀ ਸਾਨੂੰ ਉਹ ਗਿਆਨ ਵੀ ਦਿੰਦੀ ਹੈ ਜਿਹੜਾ ਗਿਆਨ ਸਾਨੂੰ ਹੋਰ ਕੋਈ ਦੁਨਿਆਵੀ ਵਿੱਦਿਆ ਪੜ੍ਹ ਕੇ ਨਹੀਂ ਮਿਲਦਾ, ਉਹ ਇਲਾਹੀ ਗਿਆਨ ਮਿਲਦਾ ਹੈ। ਗੁਣੀ ਭਨੀ ਬਾਨੀ, ਤੇ ਗੁਣੀ ਜਨਾਂ ਨੇ ਹੁਣ ਇਸ ਕਰਕੇ ਗੁਰਬਾਣੀ ਦਾ ਹੁਣ ਉਚਾਰਨ ਹੁਣ ਕੀਤਾ ਗੁਣੀ ਭਨੀ ਬਾਨੀ, ਤਾਂ ਕਿ ਗੁਰ ਬਾਨੀ ਬਾਨੀ ਹੈ। ਤਾਂ ਤੇ ਜਿਹੜੀ ਹੁਣ ਮਹਾਨ ਸਤਿਪੁਰਸ਼ਾਂ ਨੇ, 15 ਭਗਤਾਂ ਨੇ, 11 ਭੱਟਾਂ ਨੇ, ਜੋ 6 ਗੁਰੂ ਸਾਹਿਬਾਨਾਂ ਨੇ, 4 ਗੁਰਸਿੱਖਾਂ ਨੇ ਜੋ ਸਾਡੇ ਤੇ ਮਹਾਨ ਉਪਕਾਰ ਕੀਤਾ ਹੈ, ਇਹ ਹੁਣ ਗੁਰਬਾਣੀ ਉਹਨਾਂ ਦੇ ਪਵਿੱਤਰ ਹਿਰਦਿਆਂ ਤੇ ਨਾਜ਼ਲ ਹੋਈ ਨਾ। ਤੇ ਇੱਥੇ ਕਵੀਰਾਜ ਲਿਖ ਲਏ ਹੈ ਇਹ ਪ੍ਰੇਮ ਦੀ ਪਟਰਾਣੀ ਹੈ ਤੇ ਗਿਆਨ ਦੀ ਮਾਤਾ ਹੈ, ਤੇ ਗੁਣੀ ਜਨਾਂ ਨੇ ਇਹਦਾ ਵਿਖਿਆਨ ਕੀਤਾ ਹੈ। ਤੇ ਉਹ ਵੀ ਉਹਨਾਂ ਨੇ ਵਿਖਿਆਨ ਕਿਵੇਂ ਕੀਤਾ ਹੈ, ਜਿਸ ਬਾਬਤ ਸਾਹਿਬ ਬਾਣੀ ਵਿੱਚ ਬਚਨ ਕਰਦੇ ਆ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਹੁਣ ਉਹ ਇਹ ਨਹੀਂ ਹੈ ਵੀ ਆਮ ਹੀ ਸਰੀਰਾਂ ਨੇ ਲਿਖ ਦਿੱਤੀ ਗੁਰਬਾਣੀ, ਨਹੀਂ ਐਸਾ ਨਹੀਂ ਹੈ। ਗੁਰਬਾਣੀ ਵੀ ਉਹਨਾਂ ਪਵਿੱਤਰ ਹਿਰਦਿਆਂ 'ਤੇ ਹੀ ਨਾਜ਼ਲ ਹੋਈ। ਤੋ ਇੱਥੇ ਹੁਣ ਕਵੀਰਾਜ ਨੇ ਗੁਰਬਾਣੀ ਦਾ ਇਹ ਮਹਾਨ ਜਿਹੜਾ ਹੈ ਨਾ ਉਪਦੇਸ਼, ਉਹਨੂੰ ਹੋਰ ਇੱਥੇ ਵਡਿਆਇਆ ਹੈ, ਹੋਰ ਉਹਦਾ ਸੁਜਸ ਮਹਾਨ ਕੀਤਾ, ਜਿਸ ਬਾਬਤ ਸਤਿਗੁਰੂ ਬਾਣੀ ਵਿੱਚ ਵੀ ਬਚਨ ਕਰਦੇ ਆ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਚੌਪਈ ਰਹਿਣ ਲਗੇ ਗਤਿ ਦਾ ਤਲਵੰਡੀ, ਜਿਨ ਕੀ ਕੀਰਤ ਕਰ ਕਰ ਮੰਡੀ। ਹਾਂ ਹੁਣ ਇੱਥੇ ਅੱਗੇ ਹੁਣ ਭਾਈ ਬਾਲਾ ਜੀ ਹੁਣ ਅੱਗੇ ਕਥਾ ਦਾ ਉਚਾਰਨ ਕਰਦੇ ਹੈ, ਦੱਸਦੇ ਆ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਪੈੜਾ ਮੁਖਾ ਜੀ ਨੂੰ ਲਿਖ ਰਹੇ ਆ ਵਾਰਤਾ ਨੂੰ। ਹੁਣ ਸਤਿਗੁਰ ਦੇਵ ਜਿਹੜੇ ਕਲਿਆਣ ਦਾਤੇ ਨੇ ਉਹ ਤਲਵੰਡੀ ਵਿੱਚ ਰਹਿ ਰਹੇ ਆ, ਜਿਨ੍ਹਾਂ ਦਾ ਮਹਾਨ ਜਸ ਘਰ ਘਰ ਵਿੱਚ ਹੋ ਰਿਹਾ ਹੈ। ਮਨੋਜ ਪਰਸ ਪਰ ਮਿਲਹਿ ਸਰਾਹੈ, ਮਹੁਰ ਮਹੂ ਸ਼੍ਰੀ ਗੁਣ ਅਵਗਾਹੈ। ਹੁਣ ਸਾਰੇ ਜਿਹੜੇ ਮਨੋਜ ਹੁਣ ਲੋਕ ਮਿਲਦੇ ਆਪਸ ਦੇ ਵਿੱਚ, ਉਹ ਗੁਰੂ ਜੀ ਦੀ ਹੁਣ ਬਹੁਤੀ ਪ੍ਰਸ਼ੰਸਾ ਕਰਦੇ ਹੈ। ਮੁੜ ਮੁੜ ਕੇ ਗੁਰੂ ਜੀ ਦੇ ਉਪਕਾਰਾਂ ਦਾ ਹੁਣ ਉਹ ਇੱਕ ਦੂਜੇ ਦੇ ਤਾਈਂ ਚਾਨਣਾ ਪਾਉਂਦੇ ਹੈ। ਮధుਰ ਬਚਨ ਜਹ ਮ੍ਰਿਦੁਲ ਸੁਭਾਉ, ਮਦ ਤੇ ਆਦ ਕੋ ਕਰਮ ਨ ਕਾਉ। ਹਾਂ ਸਤਿਗੁਰੂ ਦੀ ਦੇਵ ਜੀ ਦੇ ਜਿਹੜੇ ਮਿੱਠੇ ਤੇ ਹੁਣ ਬੜੇ ਕੋਮਲ ਬਚਨ ਨੇ, ਅਤੇ ਜਿਨ੍ਹਾਂ ਦੇ ਵਿੱਚ ਰਤਾ ਮਾਤਰ ਵੀ ਅਹੰਕਾਰ ਨਹੀਂ, ਕੋਈ ਹੁਣ ਮੰਦਾ ਕਰਮ ਨਹੀਂ, ਉਹਨਾਂ ਸ਼ੁਭ ਕਰਮਾਂ ਦੀ ਉਹ ਹੁਣ ਭਰਪੂਰ ਵਿਆਖਿਆ ਕਰਦੇ ਹੈ। ਔਰ ਉਦਾਰ ਮਤ ਸੰਤ ਸੁਸ਼ੀਲਾ, ਕਰੁਣਾਵਾਨ ਸਰੂਪ ਛਬੀਲਾ। ਹਾਂ ਸਤਿਗੁਰਾਂ ਦੇ ਹੁਣ ਸਰੂਪ ਦੀ ਉਹ ਹੁਣ ਲੋਕ ਚਰਚਾ ਕਰਦੇ ਆ ਵੀ ਕਿੰਨੇ ਖੁੱਲ੍ਹੇ ਸੁਭਾਅ ਵਾਲੇ ਹੈ, ਕਿੰਨੇ ਹੁਣ ਉਹ ਆਪਣੇ ਤਾਈਂ ਸੰਤ ਬਿਰਤੀ ਵਾਲੇ ਹੈ, ਔਰ ਉਹਨਾਂ ਦਾ ਸੁਭਾਅ ਜਿਹੜਾ ਹੁਣ ਕਿੰਨਾ ਹੀ ਦਇਆਵਾਨ ਹੈ ਤੇ ਕਿੰਨਾ ਸੋਹਣਾ ਸਵਰੂਪ ਹੈ। ਵਿਸ਼ੈ ਬਾਸਨਾ ਕੀ ਜਰ ਨਾਸੀ, ਹਰ ਕੋ ਸ਼ੋਕ ਤੇ ਹਿਰਦਾ ਉਦਾਸੀ। ਤੇ ਗੱਲਾਂ ਕਰਦਾ ਵੀ ਦੇਖੋ ਵੀ ਗੁਰੂ ਜੀ ਹੈ ਜਿਹੜੇ, ਇਹਨਾਂ ਦੇ ਤਾਈਂ ਤੇ ਹੁਣ ਵਿਸ਼ੇ ਬਾਸਨਾ ਦੀ ਕੋਈ ਜੜ ਹੈ ਹੀ ਨਹੀਂ, ਇਹ ਤਾਂ ਹੁਣ ਹਿਰਦੇ ਕਰਕੇ ਹੁਣ ਕਿੰਨਾ ਹੁਣ ਖੁਸ਼ੀ ਹੈ, ਖੁਸ਼ੀ ਦੇ ਵਿੱਚ ਹੈ, ਤੇ ਹੁਣ ਇਹਨਾਂ ਦੇ ਤਾਈਂ ਕੋਈ ਉਦਾਸੀ ਕੋਈ ਉਪਰਾਮਤਾ ਨਹੀਂ ਹੈ। ਪੁਰ ਸੁਲਤਾਨ ਹੈ ਜਾਹੇ ਕਮਾਈ, ਕਰੀ ਅਧਿਕ ਜਹ ਟੋਟ ਨ ਕਾਈ। ਤੇ ਲੋਕ ਗੱਲਾਂ ਕਰਦੇ ਆਪਸ ਦੇ ਵਿੱਚ ਵੀ ਤਾਈਓ ਤਾਂ ਸੁਲਤਾਨਪੁਰ ਜਾ ਕੇ ਇੰਨੀ ਵੱਡੀ ਕਮਾਈ ਕੀਤੀ ਹੈ ਤੇ ਕੋਈ ਕਮੀ ਵੀ ਤਾਂ ਨਹੀਂ ਰਹੀ। ਦਇਓ ਦਾਨ ਦੀਨਨ ਧਨ ਪੂਰੀ, ਪਸਰੀ ਕੀਰਤ ਜਹ ਤਹ ਰੂਰੀ। ਕਹਿੰਦੇ ਇਹਨਾਂ ਨੇ ਕਿੰਨਾ ਹੁਣ ਦੀਨ ਲੋਕਾਂ ਨੂੰ, ਗਰੀਬਾਂ ਨੂੰ ਕਿੰਨਾ ਧਨ ਦਾਨ ਕੀਤਾ ਹੈ, ਤੇ ਤਾਂ ਕਰਕੇ ਇਹਨਾਂ ਦੀ ਜਿਹੜੀ ਹੈ ਕੀਰਤ ਰੂਰੀ ਮੈਨੇ ਬਹੁਤ ਸੋਹਣੀ ਜਿਹੜੀ ਹੁਣ ਫੈਲੀ ਹੋਈ ਹੈ। ਅਸ ਪ੍ਰਕਾਰ ਨਿਜ ਜਸ ਬਿਸਤਾਰਾ, ਬਸੇ ਮਾਸ ਇੱਕ ਮੋਖ ਉਦਾਰਾ। ਇਸ ਪ੍ਰਕਾਰ ਸਤਿਗੁਰ ਦੇਵ ਜੀ ਦੇ ਦਾ ਜਸ ਦਾ ਜਿਹੜਾ ਇੱਥੇ ਬਹੁਤ ਵਿਸਥਾਰ ਹੋਇਆ, ਤੇ 1 ਮਹੀਨਾ ਹੁਣ ਮੁਕਤੀ ਦਾ ਤੇ ਗੁਰੂਦੇਵ ਰਾਏ ਭੋਈ ਕੀ ਤਲਵੰਡੀ ਹੁਣ ਠਹਿਰਦੇ ਹੈ। ਪੁਨ ਗਮਨਨ ਕੀ ਕੀਨੀ ਤਿਆਰੀ, ਮਿਲਨ ਬੁਲਾ ਰਹਿ ਪ੍ਰੀਤ ਉਚਾਰੀ। ਗਮਨ ਦਾ ਭਾਵ ਹੁੰਦਾ ਜਾਣਾ। ਫਿਰ ਸਤਿਗੁਰੂ ਜੀ ਨੇ ਹੁਣ ਚਾਲੇ ਦੀ ਹੁਣ ਤਿਆਰੀ ਕੀਤੀ ਹੈ, ਔਰ ਰਾਏ ਬੁਲਾਰ ਨੂੰ ਹੁਣ ਮਿਲਣ ਦੇ ਲਈ ਹੁਣ ਸਤਿਗੁਰਾਂ ਨੇ ਹੁਣ ਠਾਨੀ ਹੈ। ਹੋ ਤੋ ਇਕੰਤ ਤਬ ਹੈ ਅਵਨੀਪਾ, ਸਾਦਰ ਬੈਸੇ ਜਾਏ ਸਮੀਪਾ। ਹਾਂ ਸਤਿਗੁਰ ਦੇਵ ਜੀ ਰਾਏ ਬੁਲਾਰ ਦੇ ਕੋਲ ਗਏ ਹੈ,
ਤੇ ਉਹ ਹੁਣ ਇਕੱਲਾ ਬੈਠਾ ਹੈ, ਜਿਹੜਾ ਬੜਾ ਸਤਿਕਾਰ ਸਹਿਤ ਕੋਲ ਜਾ ਬੈਠੇ। ਹਾਥ ਬੰਦ ਬਚ ਬਦਤ ਬੁਲਾਰਾ, ਪਰਮ ਲਾਭ ਮੁਝ ਦਰਸ ਤੁਮਾਰਾ। ਜਿਉਂ ਹੀ ਸਤਿਗੁਰਦੇਵ ਕੋਲੇ ਗਏ ਹੈ ਤੇ ਹੱਥ ਬੰਨ੍ਹ ਕੇ ਅੱਗਿਓਂ ਹੁਣ ਰਾਏ ਬੁਲਾਰ ਨੇ ਕਿਹਾ ਹੈ, ਮੈਨੂੰ ਹੁਣ ਬਹੁਤ ਤੁਹਾਡੇ ਹੁਣ ਦਰਸ਼ਨ ਦਾ ਲਾਭ ਹੋਇਆ। ਪਰਮ ਲਾਭ ਮੁਝ ਦਰਸ ਤੁਮਾਰਾ, ਵੀ ਤੁਹਾਡੇ ਪਿਆਰੇ ਦਰਸ਼ਨ ਦਾ ਮੈਨੂੰ ਬਹੁਤ ਲਾਭ ਹੋਇਆ ਹੈ। ਗਿਆਨ ਸਿਰੋਮਣ ਕਿਰਪਾ ਨਿਦਾਨਾ, ਕਲਾਵਾਨ ਕਲ ਬਿਨ ਗੁਣ ਖਾਨਾ। ਤੁਸੀਂ ਤੇ ਹੁਣ ਗਿਆਨ ਦੇ ਹੁਣ ਸਿਰੋਮਣੀ ਹੋ, ਤੇ ਤੁਸੀਂ ਤੇ ਦਇਆ ਕਿਰਪਾ ਨਿਦਾਨਾ, ਦਇਆ ਦੇ ਭੰਡਾਰੇ ਹੋ, ਕਲਾਵਾਨ ਤੇ ਤੁਸੀਂ ਸ਼ਕਤੀਵਾਨ ਹੋ। ਤੇ ਆਪ ਜੀ ਕਲ ਬਿਨ ਹੁਣ ਕੋਈ ਕਲਪਨਾ ਨਹੀਂ ਹੈ, ਤੇ ਤੁਸੀਂ ਤੇ ਗੁਣਾਂ ਦੀ ਹੀ ਖਾਨ, ਗੁਣਾਂ ਦੇ ਹੀ ਮੁਜੱਸਮੇ ਭੰਡਾਰ ਹੋ। ਹਸਿਓ ਰਹਿਤ ਮੈਂ ਜਗਤ ਕਲੇਸੂ, ਰਾਵਰ ਕੀ ਲਾਲਸ ਉਪਦੇਸੂ। ਮੈਂ ਤਾਂ ਸੰਸਾਰ ਦੇ ਝੰਜਟਾਂ ਵਿੱਚ ਹੀ ਹੁਣ ਸੰਸਾਰ ਦੇ ਰੁਝੇਵਿਆਂ ਵਿੱਚ ਹੀ ਰੁੱਝਿਆ ਰਿਹਾ ਹਾਂ। ਸੋ ਹੁਣ ਆਪ ਜੀ ਦੇ ਦਰਸ਼ਨਾਂ ਦੀ ਹੁਣ ਮੈਨੂੰ ਇੱਛਾ ਬਣੀ ਹੋਈ ਸੀ। ਕਰਤ ਕਿਉਂ ਨ ਮੁਝ ਲਖ ਅਧਿਕਾਰੀ, ਕਟੋ ਨ ਬੰਧਨ ਸ਼ਰਨ ਤੁਮਾਰੀ। ਕਰਤ ਕਿਉਂ ਨਾ ਮੁਝੇ ਲਖ ਅਧਿਕਾਰ, ਕਹਿਣ ਲੱਗੇ ਤੁਸੀਂ ਮੈਨੂੰ ਅਧਿਕਾਰੀ ਕਿਉਂ ਨਹੀਂ ਜਾਣ ਲੈਂਦੇ। ਹੁਣ ਤੁਸੀਂ ਮੇਰੇ ਤਾਈਂ ਕਟੋ ਨਾ ਬੰਧਨ, ਹੁਣ ਤੁਸੀਂ ਮੇਰੇ ਤਾਈਂ ਬੰਧਨ ਜਿਹੜੇ ਪਏ ਹੋਏ ਮਾਇਆ ਮੋਹ ਦੇ ਕਿਉਂ ਨਹੀਂ ਕੱਢਦੇ। ਸ਼ਰਨ ਤੁਮਾਰੀ, ਮੈਂ ਤੇ ਤੁਹਾਡੀ ਹੁਣ ਸ਼ਰਨ ਲੈ ਰੱਖੀ ਹੈ। ਸੁਨ ਬੋਲੇ ਸ਼੍ਰੀ ਪੰਕਜ ਬੰਦਨਾ, ਸਿਮਰੋ ਸਤਨਾਮ ਸੁਖ ਸਦਨਾ। ਅੱਗੋਂ ਸਤਿਗੁਰਦੇਵ ਜਿਨ੍ਹਾਂ ਦਾ ਹੁਣ ਸਰੂਪ ਬਹੁਤ ਸੋਹਣਾ ਕਮਲ ਫੁੱਲ ਦੀ ਨਿਆਈ ਹੈ, ਜਿਨ੍ਹਾਂ ਦਾ ਮੁਖੜਾ ਬੋਲੇ ਗੁਰੂਦੇਵ ਕੀ ਕਹਿਣ ਲੱਗੇ, ਸਿਮਰੋ ਸਤਨਾਮ ਸੁਖ ਸਦਨਾ। ਤੁਸੀਂ ਜਿਹੜਾ ਹੈ ਸਤਨਾਮ ਦਾ ਜਾਪ, ਜਿਹੜਾ ਸੁੱਖਾਂ ਦਾ ਘਰ ਹੈ, ਹੁਣ ਉਹਦੇ ਤਾਈਂ ਕਰਨਾ ਕਰੋ। ਭਾਵ ਵਾਹਿਗੁਰੂ ਦਾ ਸਿਮਰਨ, ਉਹ ਸਤਨਾਮ ਦਾ ਸਿਮਰਨ ਕਰਨਾ ਕਰੋ। ਲਗਿਓ ਹਮਾਓ ਪੰਖ ਜਿਉ ਸੰਗਾ, ਜਬ ਛੂਟ ਹੈ ਧਨ ਸੇ ਸੁਖ ਤੰਗਾ। ਸਤਿਗੁਰਦੇਵ ਕਹਿਣ ਲੱਗੇ ਜਿਉਂ ਤੋਂ ਤੁਸੀਂ ਸਤਨਾਮ ਦਾ ਜਾਪ ਕਰੋਗੇ ਨਾ, ਲਗਿਓ ਹਮਾਊ ਪੰਖ ਜਿਉ ਸੰਗਾ, ਜਿਵੇਂ ਹਮਾਊ ਪੰਛੀ ਦੇ ਹੁਣ ਖੰਭ ਲੱਗਿਆ ਹੋਇਆ, ਤੀਰ ਕਮਾਨ 'ਤੇ ਚੜ੍ਹਾ ਕੇ ਛੱਡਿਆ ਜਾਏ ਤੇ ਉੱਥੇ ਚਲਾ ਜਾਂਦਾ ਜਿੱਥੇ ਹਮਾਊ ਪੰਛੀ ਦਾ ਟਿਕਾਣਾ। ਇਹ ਹੁਣ ਵਿਦਵਾਨਾਂ ਦਾ ਮੰਨਣਾ ਹੈ ਕਿ ਹਮਾਊ ਇੱਕ ਪੰਛੀ ਹੈ, ਜਿਹੜਾ ਹੁਣ ਉੱਚਾ ਆਕਾਸ਼ ਵਿੱਚ ਹੀ ਰਹਿੰਦਾ। ਤੇ ਹੁਣ ਉਹਦਾ ਜੇ ਕਿਤੇ ਕੋਈ ਫੰਗ ਮਿਲ ਜਾਏ ਤੇ ਉਹ ਕਿਸੇ ਤੀਰ ਤੇ ਕੋਈ ਤੀਰਅੰਦਾਜ਼ੀ ਦਾ ਜਿਹੜਾ ਗਿਆਤ ਹੈ, ਉਹ ਤੀਰ ਨਾਲ ਲਾ ਦੇਵੇ ਫੰਗ ਤੇ ਚਿਲੇ ਚੜਾ ਕੇ ਤੀਰ ਨੂੰ ਛੱਡ ਦੇਵੇ, ਤਾਂ ਕਹਿੰਦੇ ਤੀਰ ਉੱਥੇ ਚਲਾ ਜਾਂਦਾ ਜਿੱਥੇ ਕਰਕੇ ਹਮਾਊ ਪੰਛੀ। ਤੋ ਸਾਹਿਬ ਜੀ ਨੇ ਇੱਥੇ ਉਹਨੂੰ ਹਮਾਊ ਪੰਛੀ ਦੀ ਗੱਲ ਵੱਲ ਇਸ਼ਾਰਾ ਕਰਕੇ ਕਿਹਾ ਹੈ ਵੀ ਭਾਈ ਜਦੋਂ ਤੁਸੀਂ ਸਤਨਾਮ ਦਾ ਜਾਪ ਕਰੋਗੇ, ਜਿਹਨੂੰ ਆਪਾਂ ਬਾਣੀ ਵਿੱਚ ਆਪਾਂ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ ਕਿ ਵਾਹਿਗੁਰੂ ਨਾਮ ਜਹਾਜ਼ਾ ਚੜ੍ਹੇ ਸੋਤਰੇ ਪਾਰ, ਜੋ ਸ਼ਰਧਾ ਕਰਨ ਸੇਮ ਦੇ ਗੁਰ ਪਾਰ ਉਤਾਰਨ ਹਾਰ। ਉਸ ਗੱਲ ਵੱਲ ਇਸ਼ਾਰਾ ਹੈ ਵੀ ਜਦੋਂ ਸਾਡੀ ਸੁਰਤੀ ਗੁਰੂ ਸ਼ਬਦ ਦੇ ਪੁਰ ਕੇਂਦਰਿਤ ਹੋ ਜਾਏਗੀ ਤਾਂ ਅਸੀਂ ਸਹਿਜੇ ਹੀ ਫਿਰ ਉਸ ਅਵਸਥਾ ਨੂੰ ਪਾ ਲਵਾਂਗੇ ਜਿਸ ਬਾਰੇ ਸਾਹਿਬ ਬਾਣੀ ਵਿੱਚ ਕਰਦੇ ਆ, ਰਾਰਾ ਰਸ ਨਿਰਸ ਕਰ ਜਾਂਦੇ ਆ। ਫਿਰ ਇਹ ਜਿਹੜੇ ਦੁਨੀਆ ਦੇ ਰਸ ਛੋਟੇ ਪੈ ਜਾਣਗੇ ਤੇ ਉਹ ਰਸ ਹੈ ਜਿਹੜਾ ਉਹ ਫਿਰ ਸਾਨੂੰ ਰਸ ਮਿਲ ਜਾਏਗਾ ਜਦੋਂ ਸਾਡੀ ਸੁਰਤ ਸ਼ਬਦ ਦੇ ਨਾਲ ਲਿਵਰੇਜ ਹੋਊਗੀ, ਓਤ ਪੋਤ ਹੋ ਗਈ। ਪਰ ਕੇ ਬਲ ਕਰ ਹੋਤ ਉਡਾਊ, ਪਹੁੰਚੈ ਸੋ ਜਹ ਦੇਸ ਹਮਾਊ। ਸਾਹਿਬ ਕਹਿਣਗੇ ਤਾਂ ਤੇ ਆਪਣੇ ਹੁਣ ਖੰਭ ਦੀ ਸ਼ਕਤੀ ਨਾਲ ਉੱਡ ਕੇ ਹੁਣ ਤੂੰ ਉੱਥੇ ਅਪੜ ਪਏਗਾ ਜਿੱਥੇ ਹਮਾਊ ਪੰਛੀ ਦਾ ਦੇਸ਼ ਹੈ। ਬਹੁਰ ਨ ਆਏ ਪਰੈ ਕਬ ਧਰਨੀ, ਤੈਸੀ ਰੀਤ ਨਾਮ ਕੀ ਬਰਨੀ। ਕਹਿਣ ਲੱਗੇ ਜਿਵੇਂ ਉਹ ਧਰਤੀ ਤੇ ਮੁੜ ਕੇ ਤੀਰ ਨਹੀਂ ਨਾ ਡਿੱਗਦਾ ਗਾ, ਇਹੋ ਜਿਹੀ ਸ਼ਕਤੀ ਨਾਮ ਦੀ ਹੈ। ਜਦੋਂ ਹੁਣ ਨਾਮ ਦੇ ਨਾਲ ਜੀਵ ਜੁੜ ਜਾਂਦਾ ਫਿਰ ਨਾਮੀ ਤੇ ਨਾਰਾਇਣ ਵਿੱਚ ਭੇਦ ਨਹੀਂ ਰਹਿੰਦਾ, ਕਿਉਂਕਿ ਜਿਹੜਾ ਨਾਮ ਹੈ ਨਾ ਉਹ ਸਾਨੂੰ ਸਾਡੇ ਨਿਜ ਆਪੇ ਦੀ, ਜਿਵੇਂ ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ ਪ੍ਰਸੰਗ ਵਿੱਚ, ਉਸ ਤਰ੍ਹਾਂ ਨਾਮੀ ਦੇ ਤਾਈਂ ਜਿਹੜਾ ਨਾਮ ਹੈ ਉਹ ਪ੍ਰਗਟ ਵੀ ਕਰਦਾ ਹੈ। ਤੇ ਨਾਮ ਹੈ ਜਿਹੜਾ ਉਹ ਫਿਰ ਨਾਮੀ ਜੀਵ ਨੂੰ ਉਹਦੇ ਜਿੱਥੇ ਨਿਜ ਆਪੇ ਦੀ ਸੋਝੀ ਕਰਵਾਉਂਦਾ ਹੈ ਤੇ ਉੱਥੇ ਫਿਰ ਉਹ ਹਰ ਹਰ ਜਨ ਦੋਈ ਏਕ ਹੈ। ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ,
ਜਲ ਹੀ ਵਿਖੇ ਸਮਾਏ ਦਾ ਫਿਰ ਉਹ ਸਵਰੂਪ ਹੋ ਨਿਬੜਦਾ ਹੈ। ਇਕ ਚਿਤ ਸਿਮਰੈ ਜੇ ਦਿਨ ਰਾਤੀ ਛੁਟੇ ਦੇ ਤੇ ਹੋਏ ਸੰਗਾਤੀ। ਹਾਂ ਸਾਹਿਬ ਕਹਿਣ ਲੱਗੇ ਜਿਹੜੇ ਇੱਕ ਮਨ ਇੱਕ ਚਿਤ ਹੋ ਕੇ ਦਿਨ ਰਾਤ ਪਰਮੇਸ਼ਰ ਦੇ ਸਿਮਰਨ ਵਿੱਚ ਜੁੜਦੇ ਹੈ ਨਾ, ਜਦੋਂ ਉਹਨਾਂ ਦੀ ਦੇਹ ਛੁੱਟ ਜਾਂਦੀ ਹੈ ਤੇ ਫਿਰ ਨਾਮ ਉਹਨਾਂ ਦਾ ਸੰਗੀ ਹੋ ਜਾਂਦਾ ਹੈ, ਕਿਉਂਕਿ ਦੇਹ ਤਾਂ ਇੱਥੇ ਹੀ ਰਹਿ ਜਾਣੀ ਹੈ ਨਾ। ਜਿਹਨੂੰ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਜੋ ਤਨ ਉਪਜੈ ਸੰਗ ਸੋ ਵੀ ਸੰਗ ਨਾ ਹੋਇਆ। ਹੁਣ ਦੇਹ ਤਾਂ ਇੱਥੇ ਹੀ ਰਹਿ ਜਾਣੀ ਹੈ, ਸ਼ਮਸ਼ਾਨ ਦੀਆਂ ਲੱਕੜਾਂ ਵਿੱਚ ਇਹਨੇ ਸੜ ਜਾਣਾ, ਪਰ ਸਾਡੇ ਤਾਈਂ ਤਾਂ ਜਦੋਂ ਅਸੀਂ ਜਾਵਾਂਗੇ ਸਾਡੇ ਨਾਲ ਜਾਣਾ ਕੀ, ਸਾਡੇ ਨਾਲ ਤਾਂ ਉਹ ਜਿਹੜੇ ਸ਼ੁਭ ਅਸੀਂ ਕੀਤੇ ਹੋਏ ਕਰਮ ਹੈ ਜਾਂ ਔਗਣ ਉਹੀ ਜਾਣੇ ਹੈ। ਇਸੇ ਲਈ ਸਾਹਿਬ ਸਾਨੂੰ ਬਾਣੀ ਵਿੱਚ ਵਾਰ-ਵਾਰ ਇਹ ਪ੍ਰੇਰਨਾ ਕਰਦੇ ਆ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕ ਫਕੜੇ ਸਭ ਮੁਕਦੀ ਚੱਲੀ ਰਹਿਣ। ਤੋ ਇਸ ਗੱਲ ਵੱਲ ਇੱਥੇ ਸਤਿਗੁਰਾਂ ਨੇ ਇਸ਼ਾਰਾ ਕੀਤਾ ਹੈ। ਜਹ ਨਾਮੀ ਕੋ ਦੇਸ ਸੁਹਾਵਣ, ਤਾਂ ਕਰਹਿ ਬਿਨ ਬਿਲਮ ਪੁਚਾਵਨ। ਤੇ ਸਤਿਗੁਰ ਦੇਵ ਕਹਿਣ ਲੱਗੇ ਜਹ ਨਾਮੀ ਕੋ ਦੇਸ ਸੁਹਾਵਣ, ਜਿੱਥੇ ਨਾਮੀਆਂ ਦਾ ਦੇਸ਼, ਉਹ ਕਿਹੜਾ ਦੇਸ਼ ਹੈ? ਭਾਵ ਉਹ ਬੈਕੁੰਠ ਹੈ, ਜਿਹਨੂੰ ਦਰਗਾਹ ਕਿਹਾ ਜਾਂਦਾ, ਜਿਹਨੂੰ ਸਵਰਗ ਵੀ ਕਿਹਾ ਹੈ, ਜਿਹਨੂੰ ਸੱਚਖੰਡ ਵੀ ਕਹਿੰਦੇ ਹੈ, ਕਿਹਾ ਗਿਆ ਹੈ, ਜਿੱਥੇ ਨਿਰੰਕਾਰ ਜੀ ਦਾ ਵਾਸਾ ਹੈ। ਕਹਿਣ ਲੱਗੇ ਉੱਥੇ ਬਿਨ ਬਿਲੰਬ ਪਹੁੰਚਾਵਨ, ਉੱਥੇ ਬਿਨਾਂ ਦੇਰੀ ਤੋਂ ਫਿਰ ਤੂੰ ਪਹੁੰਚ ਜਾਏਗਾ। ਬਹੁਰਨ ਜਗ ਮਹਿ ਪਾਵਹਿ ਦੇਹੀ, ਸਤਿਨਾਮ ਕੇ ਭੇਜੋ ਸਨੇਹੀ। ਹਾਂ ਫਿਰ ਤੈਨੂੰ ਮੁੜ ਕੇ ਇਸ ਸੰਸਾਰ ਵਿੱਚ ਜਨਮ ਨਹੀਂ ਲੈਣਾ ਪਏਗਾ, ਭਾਵ ਤੇਰਾ ਆਉਣਾ ਜਾਣਾ ਮੁੱਕ ਜਾਏਗਾ। ਤੇ ਜੇ ਤੂੰ ਹੁਣ ਸਤਨਾਮ ਦਾ ਪ੍ਰੇਮੀ ਹੋ ਜਾਵੇਂ, ਭਾਵ ਜੇ ਤੂੰ ਸਤਨਾਮ ਦੇ ਜਾਪ ਦੇ ਵਿੱਚ ਇੱਕ ਮਨ ਇੱਕ ਚਿੱਤ ਟਿਕ ਜਾਏ। ਸੁਨ ਉਪਦੇਸ਼ ਲਗੀ ਲਿਵ ਨਾਮੂ, ਜਾਗਿਓ ਪਰਮ ਪ੍ਰੇਮ ਅਬਰਾਮੂ। ਆ ਸਤਿਗੁਰਾਂ ਦੇ ਇਹਨਾਂ ਉਪਦੇਸ਼ਾਂ ਨੂੰ ਸੁਣ ਕੇ ਉਹਦੀ ਨਾਮ ਦੇ ਵਿੱਚ ਸਹਿਜੇ ਲਿਵ ਲੱਗ ਗਈ। ਕਿੰਨੇ ਵੱਡੇ ਭਾਗ ਸੀ ਉਸ ਰਾਏ ਬੁਲਾਰ ਦੇ, ਜਿਹਨੇ ਸਤਿਗੁਰਾਂ ਨੂੰ ਬੇਬੇ ਨਾਨਕੀ ਤੋਂ ਬਾਅਦ ਜਾਣ ਲਿਆ ਸੀ। ਤੇ ਇਸੇ ਕਰਕੇ ਜਦੋਂ ਹੁਣ ਉਹਦੇ ਤਾਈਂ ਇਹ ਲਾਲਸਾ ਜਾਗੀ ਵੀ ਮੈਂ ਤੇ ਐਵੇਂ ਸੰਸਾਰ ਦੇ ਝਮੇਲਿਆਂ ਵਿੱਚ ਫਸਿਆ ਹੋਇਆ, ਤੇ ਉਹਨੇ ਉਪਦੇਸ਼ ਦੀ ਮੰਗ ਕੀਤੀ ਤੇ ਸਤਿਗੁਰਾਂ ਨੇ ਉਹਨੂੰ ਅਧਿਕਾਰੀ ਜਾਣਿਆ। ਤੇ ਸਤਿਗੁਰਾਂ ਨੇ ਉਹਨੂੰ ਨਾਮ ਦੀ ਮਹਿਮਾ ਜਦੋਂ ਦੱਸੀ ਤੇ ਉਹਦਾ ਧਿਆਨ ਕੇਂਦਰਿਤ ਹੋ ਗਿਆ, ਉਹਦੀ ਲਿਵ ਲੱਗ ਗਈ ਤੇ ਜਾਗਿਓ ਪਰਮ ਪ੍ਰੇਮ ਅਭਿਰਾਮੂ। ਤੇ ਉਹਦਾ ਜਿਹੜਾ ਬਹੁਤ ਸੁੰਦਰ ਪ੍ਰੇਮ ਸੀ ਉਹ ਜਾਗ ਗਿਆ, ਉਹਦੀ ਸੁਰਤ ਜੁੜ ਗਈ, ਭਾਵ ਇੱਕ ਰਸ ਟਿਕ ਗਿਆ। ਕਹਿਤ ਗਿਰਾਹ ਵੈ ਦੀਨ ਬਹੋਰੀ, ਦਰਸ ਲਾਲ ਸਰਗੇ ਨ ਥੋਰੀ। ਹਾਂ ਫਿਰ ਅੱਗਿਓਂ ਰਾਏ ਬੁਲਾਰ ਨੇ ਮੁੜ ਕੇ ਕਿਹਾ ਵੀ ਮੈਨੂੰ ਹੁਣ ਬਹੁਤ ਹੁਣ ਤੁਹਾਡੇ ਦਰਸ਼ਨਾਂ ਦੀ ਸਦਾ ਹੀ ਇੱਛਾ ਬਣੀ ਰਹਿੰਦੀ ਹੈ। ਬੜੀ ਅਧੀਨਗੀ ਦੇ ਸਹਿਤ ਉਹਨੇ ਇਹ ਬੇਨਤੀ ਕਰਨਾ ਕੀਤੀ। ਤੁਮ ਗਮਨੇ ਅਬ ਪੁਰ ਸੁਲਤਾਨਾ, ਮੋਏ ਹੋਤ ਬ੍ਰਹ ਕਸ਼ਟ ਮਹਾਨਾ। ਕਹਿਣ ਲੱਗੇ ਵੀ ਹੁਣ ਤੁਸੀਂ ਤਾਂ ਚੱਲਿਓ ਸੁਲਤਾਨਪੁਰ ਨੂੰ ਮੁੜ ਕੇ ਵਾਪਸ, ਤੇ ਮੈਨੂੰ ਬਹੁਤ ਕਸ਼ਟ, ਮੈਨੂੰ ਬਹੁਤ ਦੁੱਖ ਹੋਏਗਾ। ਕਿਉਂ ਹੋਏਗਾ? ਕਿਉਂਕਿ ਹੁਣ ਤੁਸੀਂ ਮੈਨੂੰ ਇੱਥੇ ਵਿਛੋੜਾ ਦੇ ਕੇ ਚੱਲੇ ਹੋ। ਤੇ ਹੁਣ ਸਾਹਿਬਾਂ ਨੇ ਬਾਣੀ ਵਿੱਚ ਵੀ ਕਿਹਾ ਦੁੱਖ ਵਿਛੋੜਾ ਇੱਕ ਦੁੱਖ ਭੂਖ। ਹੁਣ ਵਿਛੋੜੇ ਦਾ ਬਹੁਤ ਵੱਡਾ ਦੁੱਖ ਹੈ, ਇਸੇ ਲਈ ਤੇ ਬਾਣੀ ਵਿੱਚ ਇਹ ਵੀ ਬਚਨ ਕਹੇ ਹੈ ਨਾ ਵੀ ਵਿਰਹਾ ਵਿਰਹਾ ਆਖੀਏ ਵਿਰਹਾ ਤੂੰ ਸੁਲਤਾਨ। ਹੁਣ ਵਿਛੋੜੇ ਨੂੰ ਸੁਲਤਾਨ ਕਿਹਾ ਹੈ। ਤੋ ਇੱਥੇ ਇਸ ਨੇ ਰਾਏ ਬੁਲਾਰ ਨੇ ਬੇਨਤੀ ਕੀਤੀ ਵੀ ਤੁਸੀਂ ਤੇ ਚੱਲੇ ਹੋ ਤੇ ਮੈਨੂੰ ਫੇਰ ਤੁਸੀਂ ਹੁਣ ਇਹ ਵਿਛੋੜੇ ਦੇ ਵਿੱਚ ਪਾ ਕੇ ਜਾ ਰਹੇ ਹੋ। ਪ੍ਰੀਤ ਬਿਲੋਕ ਹਿਰਦੇ ਮਹਿ ਸਾਚੀ, ਕਮਲ ਬਦਨ ਪੁਨ ਗਿਰਾ ਉਬਾਚੀ। ਹਾਂ ਸਤਿਗੁਰਾਂ ਨੇ ਉਹਦੇ ਅੰਦਰ ਦੀ ਹੁਣ ਪ੍ਰੀਤ ਬਿਲੋਕ, ਉਹਦੇ ਅੰਦਰ ਦੀ ਪ੍ਰੀਤ ਨੂੰ ਵੇਖ ਕੇ ਨਾ ਸਤਿਗੁਰਾਂ ਨੇ ਤੇ ਕਮਲ ਬਦਨ ਪੁਨ ਗਿਰਾ ਉਬਾਚੀ। ਉਬਾਚੀ ਮੈਨੇ ਫਰਮਾਇਆ, ਕਿਹਨੇ ਫਰਮਾਇਆ? ਕਮਲ ਜੇ ਮੁਖੜੇ ਵਾਲੇ ਗੁਰੂ ਜੀਆਂ ਨੇ ਕੀ ਕਿਹਾ? ਚਿਤ ਚੇਤ ਰਾਖੋ ਅਵਨੀਪਾ, ਮੈਂ ਹੋ ਤੁਮਰੇ ਸਦਾ ਸਮੀਪਾ। ਦੇਖੋ ਕਿੱਡੀ ਵੱਡੀ ਬਖਸ਼ਿਸ਼ ਸਤਿਗੁਰ ਦੇਵ ਜੀ ਇਹਦੇ ਤੇ ਵਰਤਾ ਰਹੇ ਆ ਰਾਏ ਬੁਲਾਰ ਤਾਈਂ। ਸਤਿਗੁਰ ਦੇਵ ਕਹਿਣ ਲੱਗੇ ਹੇ ਰਾਜਨ, ਕਹਿਣ ਲੱਗੇ ਤੁਸੀਂ ਚਿੱਤ ਚੇਤੈ ਰੱਖੋ, ਤੁਸੀਂ ਚਿੱਤ ਚੇਤੇ ਵਿੱਚ ਨਿਸ਼ਚੇ ਰੱਖੋ ਇਸ ਗੱਲ ਦਾ। ਕੀ ਨਿਸ਼ਚਾ ਰੱਖੋ? ਮੈਂ ਹੋ ਤੁਮਰੇ ਸਦਾ ਸਮੀਪਾ, ਵੀ ਮੈਂ ਤਾਂ ਸਮੀਪਾ ਮੈਨੇ ਨੇੜੇ, ਵੀ ਮੈਂ ਤਾਂ ਸਦਾ ਹੀ ਤੁਹਾਡੇ ਨੇੜੇ ਹਾਂ, ਕਿਤੇ ਦੂਰ ਨਹੀਂ। ਅਸ ਪ੍ਰਕਾਰ ਦੇ ਕਰ ਔਰ ਧੀਰਾ, ਕਰ ਆਏ ਪੁਨ ਗੁਣੀ ਗਹੀਰਾ। ਹਾਂ ਇਸ ਤਰ੍ਹਾਂ ਦਾ ਸਤਿਗੁਰਦੇਵ ਨੂੰ ਧੀਰਜ ਦੇ ਕੇ ਤੇ ਸਤਿਗੁਰਦੇਵ
ਆਪਣੇ ਘਰਾਂ ਨੂੰ ਆਏ ਐ। ਕਿਹੜੇ ਸਤਿਗੁਰਦੇਵ? ਜਿਹੜੇ ਗੁਣਾਂ ਦੇ ਖਜ਼ਾਨੇ ਨੇ। ਮਿਲੀ ਮਾਤ ਔਰ ਪ੍ਰੇਮ ਵਡਾਈ, ਵਿਚਰਤ ਬਚ ਜਿਉ ਤੇ ਨ ਲਵਾਈ। ਤੇ ਹੁਣ ਮਾਤਾ ਜੀ ਨੇ ਵੀ ਅਥਾਹ ਹੁਣ ਪ੍ਰੇਮ ਹੁਣ ਪ੍ਰਗਟਾਇਆ ਹੈ, ਤੇ ਮਾਤਾ ਜੀ ਇਉਂ ਹੁਣ ਵਿਛੋੜੇ ਦਾ ਇਜ਼ਹਾਰ ਕਰ ਰਹੇ ਐ। ਜਿਵੇਂ ਹੁਣ ਲਵੇਰੀ ਗਊ ਦੇ ਕੋਲੋਂ ਹੁਣ ਬਛੜੇ ਨੂੰ ਵਿਛੋੜ ਦਿੰਦੇ ਹੈ ਨਾ, ਜਿਹੜੇ ਹੁੰਦੇ ਆ ਗਵਾਲੇ। ਹੁਣ ਜਿਵੇਂ ਗੁੱਜਰ ਜਦੋਂ ਹੁਣ ਡੰਗਰ ਚਾਰਨ ਵਾਸਤੇ ਲਿਜਾਂਦੇ ਆ, ਅਤੇ ਲਵੇਰੀ ਗਊ ਦਾ ਜਿਹੜਾ ਬਛੜਾ ਹੈ ਉਹ ਹੁਣ ਮੋਹ ਕਰਦਾ ਹੈ, ਪਰ ਉਹਨਾਂ ਦੇ ਤਾਂ ਹੀ ਉਹ ਹੁਣ ਉਹਨੂੰ ਉੱਥੇ ਵਾੜੇ 'ਚ ਹੀ ਛੱਡ ਜਾਂਦੇ ਆ। ਹੁਣ ਇਉਂ ਹੀ ਹੁਣ ਕਵੀ ਰਾਜ ਇੱਥੇ ਕਹਿ ਰਿਹਾ ਵੀ ਮਾਤਾ ਜੀ ਹੁਣ ਇਉਂ ਹੁਣ ਆਪਣੇ ਤਾਈਂ ਵਿਛੋੜੇ ਦਾ ਵਿਰੋਹ ਦਾ ਇਜ਼ਹਾਰ ਕਰਦੇ ਹੈ। ਆਸਿਖ ਦੇਤ ਪਲੋਸਤ ਮਾਥਾ, ਮਨ ਹੈ ਮਨਾਵਤ ਸ਼੍ਰੀ ਜਗਨਾਥਾ। ਹਾਂ ਮਾਤਾ ਜੀ ਅਸੀਸਾਂ ਦੇ ਰਹੇ ਆ, ਮੱਥਾ ਪਲੋਸ ਰਹੇ ਆ, ਔਰ ਮਾਨੀ ਮਨ ਪਰਮੇਸ਼ਰ ਜੀ ਅੱਗੇ ਅਰਦਾਸਾਂ ਕਰ ਰਹੇ ਹੈ। ਸੁਤ ਕੀ ਕੁਸ਼ਲ ਕਰਹੁ ਸਭ ਕਾਲਾ, ਮਹਾਪੁਰਖ ਤੁਮ ਦੀਨ ਦਿਆਲਾ। ਹਾਂ ਕੀ ਹੁਣ ਪਰਮੇਸ਼ਰ ਜੀ ਅੱਗੇ ਹੁਣ ਬੇਨਤੀਆਂ ਕਰ ਰਹੇ ਹੈ, ਹੇ ਅਕਾਲ ਪੁਰਖ, ਹੇ ਜਗਤ ਦੇ ਨਾਥ, ਸੁਤ ਕੀ ਕੁਸ਼ਲ ਕਰੋ ਸਭ ਕਾਲਾ। ਸਭ ਕਾਲਾ ਮੈਨੇ ਸਾਰੇ ਸਮੇਂ ਤੁਸੀਂ ਮੇਰੇ ਪੁੱਤਰ ਦੀ ਹੁਣ ਰੱਖਿਆ ਕਰਨੀ ਹੈ, ਇਹ ਸੁਖੀ ਰਹੇ, ਕਿਉਂਕਿ ਤੁਸੀਂ ਤੇ ਮਹਾਂਪੁਰਖ ਹੋ। ਤੁਮ ਦੀਨ ਦਿਆਲਾ, ਤੇ ਤੁਸੀਂ ਹੁਣ ਗਰੀਬਾਂ ਤੇ ਦਇਆ ਕਰਨ ਵਾਲੇ ਹੋ। ਧਰਿਓ ਮਾਤ ਕੇ ਪਗ ਪਰ ਸੀਸਾ, ਨਿਕਸੇ ਨਿਜ ਕਰ ਤੇ ਜਗਦੀਸਾ। ਹਾਂ ਹੁਣ ਮਾਤਾ ਜੀ ਦੇ ਚਰਨਾਂ ਤੇ ਸਤਿਗੁਰਾਂ ਨੇ ਹੁਣ ਮਸਤਕ ਹੁਣ ਰੱਖਣਾ ਕੀਤਾ ਹੈ, ਤੇ ਨਿਕਸੇ ਨਿਜ ਘਰ ਤੇ ਜਗਦੀਸਾ। ਜਗਤ ਦੇ ਮਾਲਕ ਸਤਿਗੁਰੂ ਨਾਨਕ ਸਾਹਿਬ ਮਾਤਾ ਜੀ ਦੇ ਚਰਨ ਸਪਰਸ਼ ਕਰਕੇ ਆਪਣੇ ਘਰ ਤੋਂ ਚੱਲੇ ਹੈ। ਪ੍ਰੇਮੀ ਮਿਲਿਆਨ ਜੇ ਪੁਰ ਕੇ, ਪਰਸ ਪਰਸ ਗਮਨੇ ਪਗ ਗੁਰ ਕੇ। ਸਤਿਗੁਰਦੇਵ ਜੀ ਦੇ ਜਿਹੜੇ ਨੇਮੀ ਪ੍ਰੇਮੀ ਸਨ ਨਾ, ਪਿਆਰ ਵਾਲੇ ਨਗਰ ਦੇ ਲੋਕ, ਉਹ ਵੀ ਆਏ ਆ। ਉਹਨਾਂ ਨੇ ਵੀ ਸਾਰਿਆਂ ਨੇ ਸਤਿਗੁਰਾਂ ਦੇ ਹੁਣ ਚਰਨ ਪਰਸੇ ਆ, ਤੇ ਹੁਣ ਆਪੋ ਆਪਣੇ ਤਾਈ ਉਹ ਹੁਣ ਗਏ ਹੈ। ਵਾਹਨ ਭਏ ਅਰੂਢ ਸੁਆਮੀ, ਦੀਨ ਬੰਦ ਪ੍ਰਭ ਅੰਤਰ ਜਾਮੀ। ਸੁਆਮੀ ਮੈਨੇ ਮਾਲਕ, ਫਿਰ ਗਰੀਬਾਂ ਦੇ ਜਿਹੜੇ ਹੈ ਨਾ ਸਹਾਈ, ਤੇ ਅੰਦਰਲੀਆਂ ਜਾਣਨ ਵਾਲੇ ਜਿਹੜੇ ਅੰਤਰਜਾਮੀ ਗੁਰੂ ਜੀ ਹੈ, ਉਹ ਹੁਣ ਅਸਵਾਰੀ ਤੇ ਹੋਏ ਹੈ। ਸਿੱਖ ਬਨ ਕਾਲੂ ਦੇਵਤ ਪੂਰੀ, ਤਨ ਖਾਟਨ ਕੀ ਜੇ ਬਿਦਰੂਰੀ। ਤੇ ਪਿਤਾ ਕਲਿਆਣ ਦਾਸ ਜੀ ਵੀ ਸ਼ੁਭ ਸਿੱਖਿਆ ਆਪਣੀ ਸਮਝ ਅਨੁਸਾਰ ਦੇ ਰਹੇ ਹੈ। ਕੀ ਸਿੱਖਿਆ ਦੇ ਰਹੇ ਹੈ? ਧਨ ਖਾਟਣ ਕੀ ਜੇ ਬਿਦ ਰੂਰੀ। ਰੂਰੀ ਕਹੀਦਾ ਸੁੰਦਰ ਤਰਤੀਬ ਦੱਸ ਰਿਹਾ ਵੀ ਪੁੱਤ ਆਏ ਧਨ ਕਮਾਈਦਾ, ਕਿਉਂਕਿ ਉਹਨਾਂ ਨੇ ਹੁਣ ਵੱਡਾ ਕੰਮ ਕਾਜ ਵੇਖਿਆ ਸੀ ਨਾ, ਰਾਏ ਬੁਲਾਰ ਦਾ ਹੁਣ ਵੱਡੇ ਪਟਵਾਰੀ ਸਨ, ਤੇ ਉਹਨਾਂ ਨੇ ਕਿਹਾ ਪੁੱਤਰ ਵੀ ਹੁਣ ਤੂੰ ਹੁਣ ਵਿਆਹ ਹੋ ਗਿਆ, ਅੱਗੇ ਬੱਚੇ ਨਿਆਣੇ ਹੋਣੇ ਐ, ਆਇਓ ਹੁਣ ਧਨ ਇਕੱਠਿਆ ਕਰੀਦਾ। ਉਹਨਾਂ ਨੇ ਵੀ ਹੁਣ ਆਪਣੇ ਬੰਦਿਆਂ ਪੂਰੀਆਂ ਉਕਤੀਆਂ ਯੁਕਤੀਆਂ ਦੱਸੀਆਂ ਹੈ। ਸੁਨਹੁ ਤਾਤ ਅਬ ਭਾਸਨ ਬੰਦਾ, ਯਾ ਮਹਿਨਾਨਾ ਬਿਦ ਕੇ ਧੰਦਾ। ਹੁਣ ਅੱਗੋਂ ਕਹਿਣ ਲੱਗੇ ਸੁਣੋ ਤਾਤ। ਤਾਤ ਕਿਹਦਾ? ਪੁੱਤਰ ਨੂੰ ਕਹਿੰਦੇ ਪੁੱਤਰ ਹੁਣ ਤੇਰਾ ਵਿਆਹ ਹੋ ਗਿਆ ਤਾਂ ਤੇ ਹੁਣ ਨਾਨਾ ਪ੍ਰਕਾਰ ਦੇ ਖਰਚੇ ਹੁੰਦੇ ਹੈ, ਬੜੇ ਵਿਹਾਰ ਧੰਦਾ ਦਾ ਪਾਉਂਦਾ ਵਿਹਾਰ ਵੀ ਹੁਣ ਕਈ ਪ੍ਰਕਾਰ ਦੇ ਜਿਹੜੇ ਖਰਚੇ ਉਹ ਗ੍ਰਸਤ ਨੂੰ ਅਪਣਾਈਏ ਨਾ ਵੱਧ ਜਾਂਦੇ ਹੈ। ਬਹੁਤ ਬਿਤ ਇਕਤਰ ਸੋ ਕਰੀਏ, ਪਰਵਾਰਨ ਕੋ ਖਰਚ ਵਿਚਰੀਏ। ਬਿਤ ਕਹੀਦਾ ਹੁਣ ਮਾਇਆ ਤਾਂ ਇਹਨੂੰ ਬਹੁਤਾ ਧਨ ਇਕੱਠਾ ਕਰੋ, ਤੇ ਪਰਿਵਾਰ ਦੇ ਖਰਚਿਆਂ ਦਾ ਹੁਣ ਖਿਆਲ ਜੋ ਹੁਣ ਖਿਆਲ ਰੱਖੋ, ਧਿਆਨ ਵਿੱਚ ਰੱਖੋ ਸਾਰੀ ਗੱਲ। ਪੂਰਬ ਕੀ ਉਦਾਰਤਾ ਤਿਆਗੋ, ਗ੍ਰਸਤੀ ਮਨੁ ਜਨ ਕੈ ਮਨ ਗਲਾਗੋ। ਕਹਿਣ ਲੱਗੇ ਪੁੱਤਰ ਪਹਿਲਾਂ ਵਾਲੀਆਂ ਹੁਣ ਖੁੱਲ੍ਹ ਦਿਲੀ ਵਾਲੀਆਂ ਗੱਲਾਂ ਛੱਡ ਦਿਓ, ਕਿਉਂਕਿ ਹੁਣ ਤੁਸੀਂ ਹੁਣ ਸੰਸਾਰੀ ਹੁਣ ਮਨੁੱਖਾਂ ਦੇ ਵਾਂਗ ਗ੍ਰਸਤੀ ਰਾਹ ਤੇ ਤੁਰ ਪਏ ਹੋ। ਧਨੀ ਪੁਰਖ ਸਭ ਮਹਿ ਪ੍ਰਧਾਨਾ, ਧਨੀ ਮੂੜ ਕੋ ਕਹਿਤ ਸੁਜਾਨਾ। ਕਹਿਣ ਲੱਗੇ ਪੁੱਤਰ ਇਹ ਵੀ ਇੱਕ ਸੰਸਾਰ ਦੇ ਲੋਕਾਂ ਦਾ ਵਿਚਾਰ ਹੈ ਕਿ ਧਨੀ ਜਿਹੜਾ ਪੁਰਖ ਹੁੰਦਾ ਨਾ ਉਹੀ ਪ੍ਰਧਾਨ ਹੁੰਦਾ, ਭਾਵ ਮੁਖੀਆ ਹੁੰਦਾ। ਧਨੀ ਕਹਿੰਦਾ ਵੀ ਜਿਹਦੇ ਕੋਲੇ ਮਾਇਆ ਵੱਧ ਹੋਵੇ ਨਾ ਉਹਦਾ ਹੀ ਸਤਿਕਾਰ ਕਰਦੇ ਆ ਦੁਨੀਆ ਦੇ ਲੋਕ, ਤੇ ਜੇਕਰ ਹੁਣ ਮੂਰਖ ਹੋਵੇ ਨਾ ਕੋਈ ਧਨੀ ਤਾਂ ਉਹਨੂੰ ਵੀ ਚਤਰ ਕਹਿੰਦੇ ਆ। ਧਨੀ ਧਨੀ ਮੂੜ ਦਾ ਵਾ ਹੁੰਦਾ ਵੀ ਜੇ ਕੋਈ ਮੂਰਖ ਹੋਵੇ ਪਰ ਧਨ ਹੋਵੇ ਨਾ ਤੇ ਲੋਕ ਉਹਨੂੰ ਵੀ ਹੁਣ ਸਿਆਣਾ ਕਹਿੰਦੇ ਆ। ਜਿਵੇਂ ਦਾਨਿਆਂ ਦਾ ਕਥਨ ਹੈ ਵੀ ਮਾਇਆ ਤੇਰੇ ਤੀਨ ਨਾਮ, ਪਰਸਾ ਪਰਸੂ ਪਰਸਰਾਮ। ਹੁਣ ਇਉਂ ਗੱਲ ਇੱਥੇ ਪਿਤਾ ਕਲਿਆਣ ਦਾਸ ਸਮਝਾਉਂਦੇ ਹੈ। ਮਿਲ ਹੈ ਧਨੀ ਕੋ ਸਗਲ ਭਲਾਈ, ਧਨ ਬਿਨ ਕਾਰਜ ਹੋਵੈ ਨਹਿ ਰਾਈ। ਪੁੱਤਰ ਹੁਣ ਜਿਹੜਾ ਧਨੀ ਹੁੰਦਾ ਨਾ ਜਿਹਦੇ ਕੋਲੇ ਪੈਸਾ ਹੁੰਦਾ ਹੈ, ਹੁਣ ਉਹਦੀ ਲੋਕ ਸ਼ੋਭਾ ਕਰਦੇ ਹੈ ਤੇ ਭਲਾ ਵੀ ਉਹਦੇ ਹੀ ਹੁੰਦਾ,
ਤੇ ਧਨ ਤੋਂ ਬਗੈਰ ਤਾਂ ਕੋਈ ਰਾਈ ਜਿੰਨਾ ਕੰਮ ਨਹੀਂ ਕਿਸੇ ਦੇ ਆਉਂਦਾ। ਹੁਣ ਇੱਥੇ ਹੁਣ ਅੱਜ ਤਾਂ ਹੁਣ ਦੁਨੀਆ ਦਾ ਵਿਹਾਰ ਹੀ ਇਹੋ ਜਿਹਾ ਬਣਿਆ ਹੋਇਆ, ਜੇ ਤਾਂ ਆਪ ਕਿਸੇ ਕੋਲੇ ਹੈ ਤਾਂ ਠੀਕ ਹੈ, ਨਹੀਂ ਤਾਂ ਕੁਝ ਵੀ ਨਹੀਂ। ਤੇ ਬਾਣੀ ਵਿੱਚ ਵੀ ਸਾਹਿਬਾਂ ਨੇ ਬਚਨ ਕੀਤੇ ਹੈ ਨਾ, ਮੈਂ ਨਿਰਧਨ ਆਦਰ ਦੇ ਨਾ ਕੋ। ਹੁਣ ਨਿਰਧਨ ਹੁਣ ਜਿਹੜਾ ਹੁੰਦਾ ਉਹਨੂੰ ਕੋਈ ਆਦਰ ਨਹੀਂ ਦਿੰਦਾ ਗਾ। ਤੇ ਜੇ ਕਿਸੇ ਕੋਲੇ ਕੋਈ ਦਮੜਾ ਹੈ, ਦਮੜੇ ਹੈਗੇ ਆ, ਫਿਰ ਉਹਨੂੰ ਸਾਰੀ ਉਹਦੀ ਜੈ ਜੈਕਾਰ ਕਰਦੇ ਹੈ। ਜਿਉ ਤਨ ਨੇ ਬਹਿ ਪ੍ਰਾਨ ਆਧਾਰਾ, ਤਿਉ ਤਨ ਤੇ ਸਭ ਜਗ ਵਿਵਹਾਰਾ। ਆ ਸਾਹਿਬ ਦੇ ਪਿਤਾ ਜੀ ਕਹਿਣ ਲੱਗੇ, ਸਤਿਗੁਰਾਂ ਦੇ ਪਿਤਾ ਜੀ, ਜਿਵੇਂ ਸਰੀਰ ਜੀਵਨ ਦਾ ਆਧਾਰ ਹੁੰਦਾ, ਇਉਂ ਜਿਹੜਾ ਧਨ ਹੈ ਨਾ, ਜਿਹੜੀ ਸੰਸਾਰ ਦੀ ਮਾਇਆ ਹੈ, ਇਹ ਸੰਸਾਰ ਦੇ ਵਿਹਾਰ ਦਾ ਹੁਣ ਆਧਾਰ ਹੁੰਦੀ ਹੈ, ਭਾਵ ਆਸਰਾ ਹੁੰਦੀ ਹੈ। ਜਿਉ ਜਲਹੀਨ ਨ ਤਾਲ ਸੁਹਾਵਾ, ਤਿਉ ਤਨ ਬਿਰ ਨਰ ਸ਼ੋਭ ਨ ਪਾਵਾ। ਅਗਲੀ ਗੱਲ ਹੁਣ ਕਹਿਣ ਲੱਗੇ, ਜਿਵੇਂ ਪਾਣੀ ਤੋਂ ਬਿਨਾਂ ਤਲਾਬ ਨਹੀਂ ਨਾ ਸ਼ੋਭਦਾ, ਉਸੇ ਤਰ੍ਹਾਂ ਹੁਣ ਧਨ ਤੋਂ ਜਿਹੜਾ ਵਿਹੂਣਾ ਹੁੰਦਾ ਨਾ, ਉਹਦਾ ਹੀ ਸ਼ੋਭਾ ਤੇ ਸਨਮਾਨ ਨਹੀਂ ਹੁੰਦਾ। ਸਜਲ ਮੇਘ ਬਿਨ ਜਿਉ ਕ੍ਰਿਖ ਨਾਹੀ, ਤਨ ਬਿਹੀਨ ਤਿਉ ਬਨਜ ਨ ਆਹੀ। ਕਹਿਣ ਲੱਗੇ ਜਿਵੇਂ ਸੇਜਲ ਮੇਘ ਬਿਨ ਕਿਰਖੀ ਨਾਹੀ, ਕਿਰਖੀ ਕਹਿੰਦੇ ਖੇਤੀ ਨੂੰ, ਜਿਵੇਂ ਮੇਘ ਤੋਂ ਬਿਨਾਂ ਹੁਣ ਖੇਤੀ ਨਹੀਂ ਨਾ ਹੁੰਦੀ, ਇਉਂ ਹੀ ਕਹਿੰਦੇ ਧਨ ਤੋਂ ਬਿਨਾਂ ਹੁਣ ਕੋਈ ਵਣਜ ਵਿਹਾਰ ਨਹੀਂ ਹੁੰਦਾ। ਹੁਣ ਗੱਲਾਂ ਤਾਂ ਸਾਰੀਆਂ ਹੀ ਠੀਕ ਹੈ, ਸੰਸਾਰੀ ਨਜ਼ਰੀਏ ਤੋਂ ਦੇਖੀਏ, ਜਿਹੜੀਆਂ ਪਿਤਾ ਕਲਿਆਣ ਦਾਸ ਜੀ ਸਤਿਗੁਰਾਂ ਨੂੰ ਸਮਝਾ ਰਹੇ ਹੈ, ਪਰ ਪਿਤਾ ਕਲਿਆਣ ਦਾਸ ਜੀ ਨੂੰ ਅਜੇ ਨਹੀਂ ਪੂਰਨ ਤੌਰ 'ਤੇ ਪਤਾ ਵੀ ਇਹ ਤਾਂ ਮਾਇਆ ਵਰਤੀ ਇਹਨਾਂ ਦੇ ਹੁਣ ਹੁਕਮ ਵਿੱਚ ਰਹੀ ਹੈ। ਯਾ ਬਿਦ ਨਾਨਾ ਜੁਗਤ ਉਚਰ ਕੈ, ਸਮਝਾਵਤ ਕਾਲੂ ਹਿਤ ਕਰ ਕੈ। ਹਾਂ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜੁਗਤੀਆਂ ਦੱਸ ਕੇ ਬੜੇ ਸਨੇਹ ਦੇ ਸਹਿਤ ਪਿਤਾ ਕਲਿਆਣ ਦਾਸ ਜੀ ਨੇ ਸਤਿਗੁਰਾਂ ਨੂੰ ਸਮਝਾਉਣਾ ਕੀਤਾ ਹੈ। ਰਾਵਰ ਭਾਖਤ ਬਚਨ ਜਥਾ ਜੀ, ਭਲੀ ਬਾਤ ਪਿਤ ਕਰੋ ਤਥਾ ਜੀ। ਹਾਂ, ਰਾਵਰ ਮੈਨੇ ਆਪ, ਅੱਗੋਂ ਸਤਿਗੁਰੂ ਦੇਵ ਜੀ ਕਹਿਣਗੇ ਵੀ ਪਿਤਾ ਜੀ, ਵੀ ਜਿਵੇਂ ਤੁਸੀਂ ਹੁਣ ਮੈਨੂੰ ਆਖ ਰਹੇ ਹੋ ਨਾ, ਮੈਂ ਬਸ ਉਸੇ ਤਰ੍ਹਾਂ ਹੀ ਹੁਣੇ ਸਾਰਾ ਕੰਮ ਕਾਜ ਕਰਾਂਗਾ, ਦੇਖਾਂਗਾ। ਅਸ ਕਹਿ ਕੀਨੀ ਪੁਨ ਪਦ ਬੰਧਨ, ਗਮਨੇ ਮਾਰਗ ਦੋਖ ਨਿਕੰਦਨ। ਹਾਂ, ਦੋਖ ਨਿਕੰਦਨ ਕਹੀਦਾ ਕਸ਼ਟ ਨਾਸ਼ਕ ਜਿਹੜੇ ਗੁਰੂ ਜੀ ਹੈ, ਇਉਂ ਆਪਣੇ ਪਿਤਾ ਜੀ ਨੂੰ ਇਹ ਭਰੋਸਾ ਦਿਵਾ ਕੇ ਵੀ ਮੈਂ ਤੁਹਾਡੀ ਸਿੱਖਿਆ ਅਨੁਸਾਰ ਹੀ ਕਾਰ ਵਿਹਾਰ ਕਰਾਂਗਾ, ਤੇ ਹੁਣ ਚਰਨਾਂ 'ਤੇ ਬੰਦਨਾ ਕੀਤੀ ਹੈ ਤੇ ਔਰ ਚਾਲਾ ਪਾਉਂਦੇ ਹੈ। ਬੰਦ ਸੁਲਖਣੀ ਸਾਸੂ ਚਰਨਾ, ਮਿਲਤ ਸਨੇ ਸੰਗ ਕਰ ਕਰੁਣਾ। ਤੇ ਹੁਣ ਮਾਤਾ ਸੁਲੱਖਣੀ ਜੀ ਨੇ ਵੀ ਹੁਣ ਆਪਣੀ ਸੱਸ ਮਾਤਾ ਤ੍ਰਿਪਤਾ ਜੀ ਦੇ ਚਰਨ ਸਪਰਸ਼ ਕੀਤੇ ਹੈ, ਤੇ ਅੱਗੋਂ ਮਾਤਾ ਤ੍ਰਿਪਤਾ ਜੀ ਨੇ ਵੀ ਬੜੀ ਸਨੇਹ ਦੇ ਨਾਲ ਹੁਣ ਆਪਣੇ ਤਾਈਂ ਅਸੀਸ ਬਖਸ਼ੀ ਹੈ। ਦਈ ਆਸਿਖਾ ਚਿਤ ਹਿਤਕਾਰੀ, ਸਦਾ ਸੁਹਾਗ ਸਹਿਤ ਸੁਖ ਪਾਰੀ। ਤੇ ਹੁਣ ਬੜੀ ਸੋਹਣੀ ਅਸੀਸ ਦਿੱਤੀ ਹੈ, ਬੜੇ ਸਨੇਹ ਦੇ ਅਧੀਨ ਹੋ ਕੇ ਤੁਸੀਂ ਸਦਾ ਹੀ ਸੁਹਾਗਵਤੀ ਬਣੀ ਰਹੋ ਤੇ ਸਦਾ ਖੁਸ਼ ਰਹੋ। ਭਗਵਾਨ ਸੁਤ ਕੀ ਹਵੈ ਮਾਤਾ, ਪਤ ਕੀ ਪ੍ਰੀਤ ਰਹਿ ਸਭ ਭਾਂਤਾ। ਤੁਸੀਂ ਭਾਗਾਂ ਵਾਲੇ ਪੁੱਤਰ ਦੀ ਜਨਨੀ ਬਣੋ, ਮਾਂ ਬਣੋ, ਤੇ ਤੈਨੂੰ ਹਰ ਪ੍ਰਕਾਰ ਦਾ ਪਤੀ ਪ੍ਰੇਮ ਪ੍ਰਾਪਤ ਹੁੰਦਾ ਰਹੇ, ਭਾਵ ਤੇਰੀ ਤੇ ਪਤੀ ਦੇ ਨਾਲ ਸਦਾ ਹੀ ਬਣ ਆਵੇ। ਚੜ ਡੋਰੇ ਗਮਨੀ ਮਗ ਮਾਹੀ, ਦੋ ਦਿਸ਼ ਵਿਛੁਰਨ ਜਿਨ ਹਿਤ ਨਾਹੀ। ਹੁਣ ਡੋਲੇ ਤੇ ਹੁਣ ਮਾਤਾ ਸੁਲੱਖਣੀ ਜੀ ਸਵਾਰ ਹੋਏ ਹੈ, ਤੇ ਦੋਨਾਂ ਪਾਸਿਆਂ ਤੋਂ ਹੁਣ ਵਿਛੋੜਾ ਜਿਹੜਾ ਹੁਣ ਉਹ ਹੁਣ ਹੋਇਆ ਹੈ, ਤੇ ਜਿਹੜਾ ਭਾਰੀ ਹਿੱਤ ਸੀ, ਪ੍ਰੇਮ ਸੀ, ਉਹ ਹੁਣ ਵੇਖਦਿਆਂ ਹੁਣ ਉਹ ਹਿੱਤ ਉਹ ਪ੍ਰੇਮ ਉਹ ਹੁਣ ਟੁੱਟਾ ਹੈ। ਕ੍ਰਮ ਕ੍ਰਮ ਪਹੁੰਚੇ ਪੁਰ ਸੁਲਤਾਨਾ, ਦੀਨ ਦਾਨ ਦਾ ਦਇਆ ਨਿਦਾਨਾ। ਦੀਨਾਂ ਦੇ ਦਾਨੀ ਅਤੇ ਜਿਹੜੇ ਦਇਆ ਦੇ ਖਜ਼ਾਨੇ ਹੈ ਗੁਰੂਦੇਵ, ਹੌਲੀ ਹੌਲੀ ਆਪਣੀ ਪਤਨੀ ਮਾਤਾ ਸੁਲੱਖਣੀ ਸਮੇਤ ਸੁਲਤਾਨਪੁਰੀ ਨਗਰੀ ਪਹੁੰਚਦੇ ਹੈ। ਧਾਮ ਜਰਾਮ ਨਾਨਕੀ ਦੋ, ਬਦਨ ਬਿਲੋਕਤ ਹਰਖੇ ਸੋ। ਧਾਮ ਕਹੀਏ ਘਰ, ਹੁਣ ਜਿਉਂ ਹੀ ਭਾਈ ਜੈ ਰਾਮ ਤੇ ਬੇਬੇ ਨਾਨਕੀ ਜੀ ਨੇ ਦੋਨਾਂ ਨੂੰ ਘਰ ਵੇਖਿਆ ਹੈ, ਤੇ ਬਹੁਤ ਦੋਨੇ ਜਾਣੇ ਪ੍ਰਸੰਨ ਹੋਏ ਹੈ। ਸਾਦਰ ਦੌਰ ਕਰੀ ਪਦ ਬੰਦਨ, ਕਰ ਪਕਰੇ ਯੁਗ ਦੋਖ ਨਿਕੰਦਨ। ਗੁਰੂ ਜੀ ਨੇ ਬੜੇ ਆਦਰ ਦੇ ਸਹਿਤ ਦੌੜ ਕੇ ਹੁਣ ਚਰਨ ਕਮਲਾਂ ਤੇ ਹੁਣ ਬੰਦਨਾ ਕੀਤੀ ਹੈ। ਦੁੱਖਾਂ ਦੇ ਨਾਸ਼ ਕਰਨ ਵਾਲੇ ਸਤਿਗੁਰ ਦੇਵ ਅੱਗੋਂ ਦੋਹਾਂ ਦੇ ਭਾਈ ਜੈ ਰਾਮ ਤੇ ਬੇਬੇ ਨਾਨਕੀ ਦੇ ਹੱਥਾਂ ਨੂੰ ਪਕੜ ਲੈਂਦੇ ਆ, ਕਿਉਂਕਿ ਬੇਬੇ ਨਾਨਕੀ ਜੀ ਸਤਿਗੁਰਾਂ ਤੋਂ ਸਰੀਰ ਕਰਕੇ 5 ਸਾਲ ਵੱਡੇ ਸੀ ਨਾ,
ਤੇ ਹੁਣ ਉਹਨਾਂ ਨੇ ਹੁਣ ਗੁਰੂ ਜੀ ਨੂੰ ਆਪਣਾ ਭਰਾ ਨਹੀਂ ਗੁਰੂ ਜਾਣਿਆ ਹੋਇਆ, ਇਸ ਕਰਕੇ ਚਰਨ ਸਪਰਸ਼ ਕਰਨਾ ਚਾਹੇ, ਪਰ ਅੱਗੋਂ ਸਤਿਗੁਰਾਂ ਨੇ ਦੋਨਾਂ ਨੂੰ ਹੀ ਹੁਣ ਬਾਹਾਂ ਤੋਂ ਪਕੜ ਲੈਣਾ ਕੀਤਾ ਹੈ। ਕੁਸ਼ਲ ਪ੍ਰਸੰਨ ਕਰ ਮੰਚ ਪਰ ਬੈਸੇ, ਦਿਓ ਸੁਸਾ ਸੋ ਨਹਿਰ ਸੰਦੇਸੇ। ਹਾਂ, ਕੁਸ਼ਲ ਪ੍ਰਸੰਨ ਹੁਣ ਉਹਨਾਂ ਨੇ ਹੁਣ ਮੰਜਾ ਤੇ ਬਿਠਾਇਆ, ਪਲੰਘ ਤੇ ਬੈਠੇ ਹੈ, ਔਰ ਬੇਬੇ ਨਾਨਕੀ ਜੀ ਨੇ ਆਪਣੇ ਹੁਣ ਪੇਕੇ ਘਰ ਦੀ ਸੁਖ ਸ਼ਾਂਤ ਪੁੱਛਣਾ ਕੀਤੀ ਹੈ। ਬਹੁਰ ਸੁਲਖਣੀ ਪ੍ਰਵਿਸ਼ੀ ਸਦਨਾ, ਬਿਗਸਿਓ ਕਮਲ ਨਾਨਕੀ ਬਦਨਾ। ਹਾਂ, ਫੇਰ ਮਾਤਾ ਸੁਲੱਖਣੀ ਜੀ ਹੁਣ ਅੰਦਰ ਘਰ ਦੇ ਗਏ ਹੈ, ਪਹਿਲਾਂ ਤਾਂ ਵਿਹੜੇ 'ਚ ਬੈਠੇ ਸੀ, ਤੇ ਨਾਨਕੀ ਜੀ ਦੇ ਤਾਂ ਹੀ ਹੁਣ ਬਹੁਤ ਖੁਸ਼ੀ ਹੈ, ਤੇ ਹੁਣ ਉਹਨਾਂ ਦਾ ਮੁਖੜਾ ਕਮਲ ਦੇ ਫੁੱਲ ਵਾਂਗ ਖਿੜਿਆ ਹੋਇਆ ਹੈ। ਬੰਧਨ ਕਰਤ ਲੀਨ ਗਰ ਲਾਈ, ਜਨਮ ਰੰਕ ਜੋ ਨਵ ਨਿਧ ਪਾਈ। ਹਾਂ, ਤੇ ਬੰਦਨਾ ਕਰਦੀ ਹੋਈ ਸੁਲੱਖਣੀ ਨੂੰ ਬੇਬੇ ਨਾਨਕੀ ਜੀ ਨੇ ਆਪਣੇ ਗਲੇ ਲਾਇਆ ਹੈ, ਜਿਵੇਂ ਹੁਣ ਉਹਨਾਂ ਨੂੰ ਹੁਣ ਜਨਮਾਂਤਰਾਂ ਦੇ ਤਾਂ ਹੀ 9 ਨਿਧੀਆਂ ਦਾ ਖਜ਼ਾਨਾ ਮਿਲ ਗਿਆ ਹੋਵੇ, ਤੇ ਜਿਹੜਾ ਉਹਨਾਂ ਦੀ ਕੰਗਾਲੀ ਹੈ ਜਨਮ ਰੰਕ ਕਹਿੰਦਾ ਕੰਗਾਲ, ਜਿਵੇਂ ਕੰਗਾਲੀ ਕੱਟੀ ਗਈ ਹੋਵੇ। ਪੀੜਾ ਸੁੰਦਰ ਸਦਨ ਡਸਾਵਾ, ਤਾਂ ਪਰ ਕਲਪਾ ਰੁਚਿਰ ਬਸਾਵਾ। ਹਾਂ, ਘਰ ਵਿੱਚ ਜਿਹੜਾ ਸੋਹਣਾ ਮੂੜਾ ਸੀ, ਹੁਣ ਉਹਦੇ ਤੇ ਪੀੜੇ ਤੇ ਬੇਬੇ ਨਾਨਕੀ ਜੀ ਮਾਤਾ ਸੁਲੱਖਣੀ ਜੀ ਬੈਠੇ ਆ, ਤੇ ਉੱਤੇ ਬੈਠੇ ਮਾਤਾ ਸੁਲੱਖਣੀ ਜੀ ਬੜੇ ਸੁੰਦਰ ਲੱਗ ਰਹੇ ਹੈ। ਸੁਨਿਆ ਸ਼੍ਰੀ ਅੰਗਦ ਕਹਿ ਬਾਲਾ, ਹਾਂ ਸੁਨ ਸੁਧ ਆਪਨ ਤਤਕਾਲਾ। ਹਾਂ, ਇੰਨੀ ਇੱਕ ਗੱਲ ਜਦੋਂ ਸਾਰੀ ਹੁਣ ਇੱਥੇ ਜਿਹੜੀ ਸੁਣੀ ਹੋਈ ਸੀ ਨਾ ਭਾਈ ਬਾਲਾ ਜੀ ਨੇ, ਉਹ ਸੁਣਾਈ ਹੈ। ਫਿਰ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ, ਸਤਿਗੁਰੂ ਦੇਵ ਜੀ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਜਗਤ ਦੇ ਮਾਲਕ ਵਾਪਸ ਆ ਗਏ ਹੈ, ਸੁਣਿਓ ਸ਼੍ਰੀ ਅੰਗਦ ਕਹਿ ਬਾਲਾ। ਹੁਣ ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਬਾਲਾ ਜੀ ਕਹਿ ਰਹੇ, ਹਾਂ ਸੁਣ ਸੁਧ ਆਪਨ ਤਤਕਾਲਾ, ਵੀ ਉਹਨਾਂ ਦੇ ਆਉਣ ਦੀ ਖਬਰ ਸੁਣਦਿਆਂ ਸਾਰ ਮੈਂ ਵੀ ਮੋਦੀ ਖਾਨੇ ਤੋਂ ਉਹਨਾਂ ਦੇ ਕੋਲ ਆ ਗਿਆ। ਗਮਨਿਓ ਜਹ ਬੈਸੇ ਗਤ ਦਾਈ, ਦਰਸਰ ਦੇ ਲਾਲਸ ਅਧਿਕਾਈ। ਬੜੀ ਛੇਤੀ ਦੇ ਨਾਲ ਮੈਂ ਮੋਦੀ ਖਾਨੇ ਦੇ ਕੰਮ ਨੂੰ ਸੰਕੋਚਿਆ, ਤੇ ਛੇਤੀ ਦੇ ਨਾਲ ਉੱਥੇ ਆ ਗਿਆ ਜਿੱਥੇ ਹੁਣ ਗਤਦਾਨੀ ਦਾ ਭਾਵੇਂ ਜਿੱਥੇ ਕਲਿਆਣਕਾਰੀ ਸਤਿਗੁਰ ਦੇਵ ਜੀ ਬੈਠੇ ਸੀ। ਕਿੱਥੇ ਬੈਠੇ ਸੀ? ਭਾਈ ਜੈ ਰਾਮ ਜੀ ਦੇ ਘਰ ਬੈਠੇ ਸਨ ਨਾ। ਹੁਣ ਮੋਦੀ ਖਾਨੇ ਤੋਂ ਉੱਥੇ ਆਏ ਹੈ, ਤੇ ਜਿਨ੍ਹਾਂ ਦੇ ਦਰਸ਼ਨਾਂ ਦੀ ਕਹਿੰਦੇ ਮੈਨੂੰ ਬਹੁਤ ਭਾਰੀ ਲਾਲਸਾ ਸੀ, ਇੱਛਾ ਸੀ। ਜਬ ਹੈ ਬਿਲੋਕੇ ਬੇਦੀ ਨੰਦਨ, ਪਦ ਅਰਬਿੰਦ ਹੈ ਕੀਨ ਬੰਦਨ। ਕਹਿਣ ਲੱਗੇ ਜਿਉਂ ਹੀ ਮੈਂ ਬੇਦੀ ਪੁੱਤਰ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ, ਉਹਨਾਂ ਦੇ ਚਰਨਾਂ ਕਮਲਾਂ ਤੇ ਮੈਂ ਛੇਤੀ ਨਾਲ ਬੰਦਨਾ ਕੀਤੀ, ਅਰਜ਼ੋਈ ਕੀਤੀ। ਚਿਤ ਕਰ ਧਾਰ ਰਹਿ ਕਹਿ ਬਾਨੀ, ਕੁਸ਼ਲ ਬੂਝ ਬਹੁ ਕਰੁਣਾ ਠਾਨੀ। ਤੇ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ ਮੈਨੂੰ ਸਤਿਗੁਰਾਂ ਨੇ ਅਸੀਸ ਦਿੱਤੀ। ਕੀ ਅਸੀਸ ਦਿੱਤੀ? ਚਿਤ ਕਰਤਾਰ ਰਹਿ ਕਹਿ ਬਾਨੀ, ਵੀ ਤੇਰੇ ਚਿੱਤ ਵਿੱਚ ਸਦਾ ਹੀ ਕਰਤਾਰ ਦੀ ਯਾਦ ਬਣੀ ਰਵੇ, ਤੈਨੂੰ ਉਹ ਪਰਮੇਸ਼ਰ ਨਾ ਵਿਸਰੇ, ਤੇ ਕੁਸ਼ਲ ਬੂਝਤ ਬਹੁ ਕਰੁਣਾ ਠਾਨੀ। ਤੇ ਦਇਆਵਾਨ ਸਤਿਗੁਰ ਦੇਵ ਜੀ ਉਹਦੀ ਸੁਖ ਸ਼ਾਂਤ ਦੀ ਫਿਰ ਖਬਰ ਵੀ ਲੈਂਦੇ ਹੈ। ਤੇ ਉਹ ਸਾਰੀ ਗੱਲਬਾਤ ਇੱਥੇ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਹਜ਼ੂਰ ਵਿੱਚ ਕਹਿ ਸੁਣਾ ਰਹੇ ਹੈ। ਹਮ ਬੋਲਿਓ ਨਿਤ ਕੁਸ਼ਲ ਹੈ ਮੇਰੇ, ਕਰੇ ਨਕੰਦਨ ਦੁਖ ਇੱਕ ਵੇਰੇ। ਤੇ ਅੱਗੋਂ ਫਿਰ ਮੈਂ ਵੀ ਸਤਿਗੁਰਾਂ ਦੇ ਤਾਂ ਹੀ ਫਿਰ ਆਪਣਾ ਪੱਖ ਰੱਖਿਆ। ਗੁਰੂ ਦੇਵ ਜੀ ਉਹ ਮੈਂ ਕਿਹਾ ਵੀ ਮੈਂ ਸਦਾ ਹੀ ਸੁਖ ਸ਼ਾਂਤ ਦੇ ਨਾਲ ਰਿਹਾ, ਤੇ ਗੁਰੂ ਜੀ ਨੇ ਇੱਕ ਵਾਰ ਤਾਂ ਮੇਰੇ ਸਾਰੇ ਦੁੱਖ ਨਾਸ਼ ਹੀ ਕਰ ਦਿੱਤੇ। ਭਾਵ ਸਤਿਗੁਰ ਦੇਵ ਜੀ ਵੀ ਮੈਨੂੰ ਕੋਈ ਤੁਹਾਥੋਂ ਮਗਰੋਂ ਮੁਸ਼ਕਲ ਨਹੀਂ ਆਈ। ਧਿਆਨ ਤੁਮਾਰੋ ਹਿਰਦੇ ਬਸਾਵਾ, ਤੀਨ ਤਾਪ ਤਨ ਛੋਹਣ ਨ ਪਾਵਾ। ਸਤਿਗੁਰ ਦੇਵ ਜੀ ਮੈਨੂੰ ਕੋਈ ਮੁਸ਼ਕਲ ਕਿਵੇਂ ਬਣ ਆਉਂਦੀ, ਕਿਉਂਕਿ ਮੈਂ ਤਾਂ ਹਿਰਦੇ ਦੇ ਵਿੱਚ ਤੁਹਾਡੇ ਧਿਆਨ ਕੀਤਾ ਹੋਇਆ ਸੀ, ਤੇ ਜਿਹਦੇ ਕਰਕੇ ਹੁਣ ਮੈਨੂੰ ਤਾਂ ਤਿੰਨਾਂ ਤਾਪਾਂ ਨੇ ਛੂਹਿਆ ਵੀ ਨਹੀਂ। ਤਿੰਨ ਤਾਪ ਕਿਹੜੇ ਕਿਹੜੇ ਵਿਦਵਾਨਾਂ ਨੇ ਮੰਨੇ? ਆਦੀ, ਵਿਆਦੀ ਤੇ ਉਪਾਦੀ। ਹੁਣ ਇਹ ਤਿੰਨ ਤਾਪ ਨੇ। ਕਹਿਣ ਲੱਗੇ ਮੈਨੂੰ ਤਾਂ ਉਹਨਾਂ ਨੇ ਵੀ ਨਹੀਂ ਸਪਰਸ਼ ਕੀਤਾ। ਪ੍ਰੇਮੀ ਹੋਤੇ ਨਗਰ ਕੇ ਜੇਈ, ਦਰਸ਼ਨ ਕਰਨ ਆਏ ਸਭ ਤੇਈ। ਹਾਂ, ਜਿਹੜੇ ਵੀ ਹੁਣ ਸੁਲਤਾਨਪੁਰ ਨਗਰ ਵਿੱਚ ਵੀ ਗੁਰੂ ਜੀ ਦੇ ਪਿਆਰ ਵਾਲੇ ਸਨ ਨਾ, ਉਹ ਵੀ ਸਾਰੇ ਛੇਤੀ ਦੇ ਨਾਲ ਗੁਰਾਂ ਦਾ ਦਰਸ਼ਨ ਕਰਨ ਲਈ ਇੱਥੇ ਆਏ ਹੈ। ਬੰਦ ਹੈ ਪਦ ਅਰਬਿੰਦ ਮੁਕੰਦਾ, ਸਨਮਾਨ ਹੈ ਸਭ ਕੋ ਸੁਖ ਕੰਦਾ। ਉਹ ਵੀ ਸਾਰੇ ਆ ਕੇ ਮੁਕਤੀ ਦਾਤੇ ਸਤਿਗੁਰਾਂ ਦੇ ਚਰਨਾਂ ਦੇ ਬੰਦਨਾ ਕਰਦੇ ਹੈ।
ਤੇ ਸੁੱਖਾਂ ਦੇ ਮੂਲ ਸਤਿਗੁਰ ਦੇਵ ਉਹਨਾਂ ਸਾਰਿਆਂ ਦਾ ਸਨਮਾਨ ਕਰਦੇ ਹੈ, ਭਾਵ ਉਹਨਾਂ ਦਾ ਹੀ ਆਦਰ ਕਰਦੇ ਹੈ। ਅਸ ਬਿਦ ਬਾਸੁਰ ਸਰਬ ਬਿਤਾਵਾ ਭਈ ਪਰਦੋਖ ਤਿਮਰ ਨ ਬਛਾਵਾ। ਇਸ ਪ੍ਰਕਾਰ ਹੁਣ ਦਿਨ ਦਾ ਰਹਿੰਦਾ ਸਮਾਂ ਸੀ ਜਦੋਂ ਪਹੁੰਚੇ ਹੈ, ਤੇ ਰਹਿੰਦਾ ਸਮਾਂ ਵੀ ਸਾਰਾ ਦਿਨ ਦਾ ਬਤੀਤ ਹੋ ਗਿਆ ਹੈ ਤੇ ਸ਼ਾਮ ਦਾ ਵੇਲਾ ਹੋ ਗਿਆ। ਤਿਮਰ ਨਵ ਨਵ ਕਹੀਦਾ ਆਕਾਸ਼ ਨੂੰ, ਹੁਣ ਸ਼ਾਮ ਦਾ ਹੁਣ ਹਨੇਰਾ ਜਿਹੜਾ ਆਕਾਸ਼ ਮੰਡਲ ਵਿੱਚ ਪਸਰ ਗਿਆ ਹੈ। ਨਾਨਾ ਰਸ ਬਿੰਜਨ ਕਰਵਾਏ ਨਿਕਟ ਨਾਨਕੀ ਬੈਸ ਜਿਵਾਏ। ਤੇ ਭੈਣ ਨਾਨਕੀ ਜੀ ਫਿਰ ਸ਼ਾਮ ਦਾ ਫਿਰ ਸਵਾਦਲਾ ਭੋਜਨ ਨਾਨਾ ਪ੍ਰਕਾਰ ਦੇ ਤਿਆਰ ਕਰਦੇ ਹੈ ਤੇ ਆਪਣੇ ਕੋਲ ਬੈਠਾ ਕੇ ਹੁਣ ਸਤਿਗੁਰਾਂ ਨੂੰ ਤੇ ਉਹਨਾਂ ਦੇ ਮਹਿਲ ਮਾਤਾ ਸੁਲੱਖਣੀ ਨੂੰ ਛਕਾਉਂਦੇ ਹੈ। ਰੈਣ ਵਿਖੈ ਸੈਨੰਗ ਪੁਨ ਕੀਨੀ ਬਹੁ ਕਿੰਕਰ ਕੋ ਜਿਨ ਗਤ ਦੀਨੀ। ਹਾਂ, ਫਿਰ ਸਤਿਗੁਰਾਂ ਨੇ ਰਾਤਰੀ ਦਾ ਵਿਸ਼ਰਾਮ ਕੀਤਾ ਹੈ ਤੇ ਜਿਨ੍ਹਾਂ ਗੁਰੂਆਂ ਜੀਆਂ ਨੇ ਬਹੁਤ ਸਾਰੇ ਸੇਵਕਾਂ ਨੂੰ ਮੁਕਤੀ ਪ੍ਰਦਾਨ ਕੀਤੀ ਹੈ। ਬਹੁ ਕਿੰਕਰ, ਕਿੰਕਰ ਕਹੀਦਾ ਦਾਸ ਨੂੰ, ਜਿਨ ਗਤ ਦੀਨੀ ਵੀ ਜਿਨ੍ਹਾਂ ਨੇ ਗਤ ਦਿੱਤੀ ਹੈ, ਭਾਵ ਕਲਿਆਣ ਕੀਤਾ ਹੈ। ਕਿਹਨੇ ਕਲਿਆਣ ਕੀਤੀ ਹੈ? ਗੁਰੂ ਨਾਨਕ ਸਾਹਿਬ ਜੀ ਨੇ। ਐਸੇ ਸਤਿਗੁਰ ਦੇਵ ਰੈਣ ਵਿਖੇ ਸੋਨ ਪੁਨ ਕੀਨੀ, ਉਹਨਾਂ ਨੇ ਹੁਣ ਰਾਤਰੀ ਦਾ ਵਿਸ਼ਰਾਮ ਕੀਤਾ ਹੈ। ਸਵਾ ਜਾਮ ਨਿਸ ਤਜੀ ਗੁੜਾਕਾ ਉਠੇ ਸਾਂਤਿੰਦਾ ਦਰਸ਼ਨ ਜਾਂਕਾ। ਹਾਂ, ਗੁੜਾਕਾ ਕਹਿੰਦੇ ਨੀਂਦ ਨੂੰ। ਹੁਣ ਸਵਾ ਪਹਿਰ ਰਾਤ ਰਹਿੰਦੀ, ਸਤਿਗੁਰਾਂ ਨੇ ਨੀਂਦ ਤਿਆਗ ਦਿੱਤੀ ਹੈ। ਉਠੇ ਸ਼ਾਂਤ ਦਾ ਦਰਸ਼ਨ ਜਾਕਾ, ਤੇ ਸਤਿਗੁਰ ਦੇਵ ਜੀ ਜਿਨ੍ਹਾਂ ਦਾ ਦਰਸ਼ਨ ਸ਼ਾਂਤੀ ਦਾ ਦਾਤਾ ਹੈ, ਉਹ ਹੁਣ ਆਪਣੇ ਨਿਜ ਸਰੂਪ ਵਿੱਚ ਬੈਠਦੇ ਹੈ। ਸਭ ਹੈ ਸੋਚ ਸੋ ਕੀਨ ਸਨਾਨਾ ਆਸਨ ਕਰ ਬੈਸੇ ਨਿਜ ਧਿਆਨਾ। ਤੇ ਸਤਿਗੁਰ ਦੇਵ ਸੌਚ ਇਸ਼ਨਾਨ ਕਰਕੇ ਸੁੰਦਰ ਵਸਤਰ ਪਹਿਨ ਕੇ ਤੇ ਆਸਨ ਕਰ ਬੈਠੇ ਨਿਜ ਧਿਆਨਾ। ਹੁਣ ਨਿਜ ਧਿਆਨ ਵਿੱਚ ਆਸਨ ਲਗਾ ਬੈਠਦੇ ਹੈ। ਤਿਮਰ ਨਸੇ ਹੋਈ ਜਬ ਭੋਰਾ ਗਵਨੇ ਬਹੁਰਨ ਖਦਿਆ ਔਰਾ। ਹਾਂ, ਜਦੋਂ ਹੁਣ ਤਿਮਰ ਨਸੇ, ਹੁਣ ਜਦੋਂ ਹਨੇਰਾ ਹੁਣ ਸਮਾਪਤ ਹੋ ਗਿਆ, ਭਾਵ ਦਿਨ ਦਾ ਚੜ੍ਹਾਅ ਹੋ ਗਿਆ, ਸਵੇਰ ਹੋ ਗਈ ਹੈ, ਫਿਰ ਸਤਿਗੁਰ ਦੇਵ ਜੀ ਨੇ ਗਵਨੇ ਬਾਹੁਰ ਫਿਰ ਕਿੱਧਰ ਨੂੰ ਗਏ ਹੈ? ਨਿਖਦਿਆ ਕਿਹਾ ਹੈ ਮੋਦੀ ਖਾਨੇ ਨੂੰ। ਹੁਣ ਮੋਦੀ ਖਾਨੇ ਤੇ ਆਪਣੇ ਹੱਟ ਤੇ ਗਏ ਹੈ। ਕਰਨੇ ਲਗੇ ਬੈਸ ਕ੍ਰਿਤ ਮੋਦੀ ਲੈਨ ਦੇਨ ਕੇ ਜਿਉ ਨ੍ਰਿਪ ਲੋਦੀ। ਆ ਤੇ ਸਤਿਗੁਰ ਦੇ ਪਹਿਲਾਂ ਵਾਂਗੂ ਫੇਰ ਬੈਠ ਕੇ ਹੁਣ ਰਾਜੇ, ਹੁਣ ਇਹ ਜਿਹੜਾ ਲੋਧੀ ਹੈ ਨਾ, ਦੌਲਤ ਖਾਂ ਲੋਧੀ ਰਾਜਾ ਸੁਲਤਾਨਪੁਰੇ ਦਾ, ਹੁਣ ਉਹਦਾ ਸੀ ਨਾ ਮੋਦੀ ਖਾਨਾ, ਉਹਦਾ ਸਾਰਾ ਕੰਮ ਕਾਜ ਫੇਰ ਹੁਣ ਸੰਭਾਲਣ ਲੱਗੇ ਆ। ਤੇ ਹੁਣ ਭਾਈ ਬਾਲਾ ਜੀ ਨੇ ਦੱਸ ਹੀ ਦਿੱਤਾ ਵੀ ਆਹ ਕੁਝ ਆਪਣੇ ਮੋਦੀ ਖਾਨੇ ਵਿੱਚ ਪਿਆ ਹੈ, ਕਿਉਂਕਿ ਲਿਖਦੇ ਰਹੇ ਨਾ ਪਿੱਛੇ, ਤੇ ਇੱਥੇ ਹੁਣ ਉਹਨਾਂ ਨੇ ਆ ਕੇ ਆਪਣਾ ਸਾਰਾ ਕੰਮ ਕਾਜ ਫੇਰ ਸੰਭਾਲਿਆ ਹੈ। ਕਰਤ ਕਿਤਕ ਜਬ ਕਾਲ ਬਿਤਾਵਾ ਲੈਨ ਸੁਤਾਨ ਜਮੂਲਾ ਆਵਾ। ਹਾਂ, ਇਸ ਤਰ੍ਹਾਂ ਹੁਣ ਕੰਮ ਕਾਜ ਕਰਦਿਆਂ ਜਦੋਂ ਕਿੰਨਾ ਹੀ ਸਮਾਂ ਬਤੀਤ ਹੋ ਗਿਆ, ਤੇ ਫਿਰ ਬਟਾਲੇ ਤੋਂ ਬਾਬਾ ਮੂਲ ਚੰਦ ਆਪਣੀ ਪੁੱਤਰੀ ਨੂੰ ਲੈਣ ਦੇ ਲਈ ਆਏ ਹੈ। ਦੋਹਰਾ ਦੋਏ ਦਿਵਸ ਰਹਿ ਕਰ ਨਗਰ ਲੈ ਤਨਿਆ ਨਿਜ ਸੰਗ ਕ੍ਰਮ ਕ੍ਰਮ ਪਹੁੰਚਿਓ ਸਦਨ ਕੋ ਮੂਲਾ ਹੋਏ ਉਮੰਗ। ਆ ਹੁਣ ਬਾਬਾ ਮੂਲ ਚੰਦ ਜੀ ਨੇ 2 ਦਿਨ ਸੁਲਤਾਨਪੁਰ ਰਹਿਣਾ ਕੀਤਾ ਹੈ, ਤੇ ਫਿਰ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਤੇ ਬੜੇ ਆਨੰਦ ਸਹਿਤ ਰਸਤੇ ਦਾ ਪੈਂਡਾ ਮੁਕਾ ਕੇ ਆਪਣੇ ਟਿਕਾਣੇ ਆਪਣੇ ਘਰ ਪਹੁੰਚਦਾ ਹੈ। ਚੌਪਈ ਪੂਰਬ ਔਰ ਉਦਾਰਤਾ ਜੈਸੀ ਕਰਹਿ ਬਹੁਰ ਸੁਖ ਸਾਗਰ ਤੈਸੀ। ਹਾਂ, ਸਤਿਗੁਰੂ ਦੇਵ ਜੀ ਹੁਣ ਪਹਿਲਾਂ ਵਰਗੀ ਹੁਣ ਖੁੱਲ੍ਹਦਿਲੀ ਦੇ ਨਾਲ ਹੁਣ ਕੰਮ ਕਾਜ ਕਰ ਰਹੇ, ਕਰੈ ਬਹੁਰ ਸੁਖ ਸਾਗਰ ਤੈਸੀ, ਸੁੱਖਾਂ ਦੇ ਸਮੁੰਦਰ ਪਹਿਲਾਂ ਵਾਂਗੂ ਹੀ ਫੇਰ ਆਪਣਾ ਕੰਮ ਕਾਜ ਕਰਨ ਲੱਗੇ ਹੈ। ਜਿਉ ਸੁਰ ਸਰਗਤ ਪਰਾਚੀ ਗਵਨੀ ਕਬਹਿ ਨ ਬਿਰਹਿ ਪਸ ਚਮ ਅਵਨੀ। ਹਾਂ, ਜਿਉ ਸੁਰ ਸਰ ਗਤ ਪ੍ਰਾਚੀ ਗਵਨੀ। ਹੁਣ ਇੱਥੇ ਜਿਸ ਤਰ੍ਹਾਂ ਗੰਗਾ ਨਦੀ ਦੀ ਗਤੀ ਹੈ ਜਿਹੜੀ ਉਹ ਪੂਰਬ ਦਿਸ਼ਾ ਵੱਲ ਨੂੰ ਹੀ ਵਹਿੰਦੀ ਹੈ, ਉਹ ਕਦੇ ਵੀ ਪੱਛਮ ਦਿਸ਼ਾ ਵੱਲ ਨੂੰ ਨਹੀਂ ਜਾਂਦੀ। ਜਿਉ ਸੂਰਜ ਕੋ ਧਰਮ ਸੁਹਾਵਨ ਸਦਾ ਤਿਮਰ ਕੋ ਕਰਹਿ ਨ ਸਾਵਨ। ਹਾਂ, ਜਿਸ ਤਰ੍ਹਾਂ ਹੁਣ ਸੂਰਜ ਦਾ ਜਿਹੜਾ ਸੁਭਾਅ ਹੈ ਸਦਾ ਹੀ ਸੁਖ ਦੇਣ ਵਾਲਾ ਹੈ। ਕੀ ਸੁਖ ਦਿੰਦਾ ਸੂਰਜ? ਸੂਰਜ ਹਮੇਸ਼ਾ ਹੀ ਹਨੇਰੇ ਦਾ ਨਾਸ਼ ਕਰਦਾ ਹੈ। ਤਿਉ ਰੰਕਨ ਕੋ ਕਸ਼ਟ ਨਿਵਾਰਨ ਕਰਹਿ ਸਦਾ ਜੋ ਦਾਸ ਉਬਾਰਨ। ਹਾਂ, ਉਸੇ ਤਰ੍ਹਾਂ ਹੀ ਗੁਰੂਦੇਵ ਵੀ ਹੁਣ ਕੰਗਾਲਾਂ ਨੂੰ, ਗਰੀਬਾਂ ਦੇ ਤਾਂ ਹੀ ਹੁਣ ਭੁੱਖ ਦੇ ਦੁੱਖ ਨੂੰ ਦੂਰ ਕਰਨ ਵਾਲੇ ਹੈ, ਤੇ ਸਦਾ ਹੀ ਆਪਣੇ ਸੇਵਕਾਂ ਦੇ ਰੱਖਿਅਕ ਹੈ।
ਜਿਸ ਤਰ੍ਹਾਂ ਹੁਣ ਗੰਗਾ ਦਾ ਸੁਭਾਅ ਨਹੀਂ ਨਾ ਬਦਲਦਾ, ਭਾਵ ਗੰਗਾ ਹੁਣ ਉਧਰ ਪੂਰਬ ਦਿਸ਼ਾ ਵੱਲ ਨੂੰ ਹੀ ਵਹਿੰਦੀ ਹੈ। ਜਿਵੇਂ ਸੂਰਜ ਆਪਣਾ ਸੁਭਾਅ ਨਹੀਂ ਛੱਡਦਾ, ਹੁਣ ਸੂਰਜ ਦਾ ਕੀ ਸੁਭਾਅ ਵੀ ਹਨੇਰੇ ਨੂੰ ਨਿਗਲ ਲੈਣਾ, ਇਉਂ ਹੁਣ ਗੁਰੂ ਜੀ ਨੇ ਵੀ ਆਪਣਾ ਹੁਣ ਸੁਭਾਅ ਨਹੀਂ ਛੱਡਿਆ। ਜਿਹਨੂੰ ਸਾਹਿਬਾਂ ਨੇ ਬਾਣੀ ਵਿੱਚ ਵੀ ਕਿਹਾ ਨਾ, ਕਬੀਰ ਸੰਤ ਨਾ ਛੱਡ ਸੰਤਈ ਜੋ ਕੋਟ ਕੇ ਮਿਲਿਆ ਸੰਤ। ਭਾਵੇਂ ਕਿ ਬਹੁਤ ਸਿੱਖਿਆਵਾਂ ਦਿੱਤੀਆਂ ਸੀ ਮਹਿਤਾ ਕਲਿਆਣਦਾਸ ਜੀ ਨੇ ਵੀ ਆਇਓ ਪੁੱਤਰ ਧਨ ਲੋੜੀਂਦਾ ਹੁੰਦਾ, ਇਉਂ ਧਨ ਇਕੱਠਾ ਕਰੀਦਾ, ਆਇਓ ਧਨਵਾਨਾਂ ਦੀ ਹੁਣ ਲੋਕ ਪ੍ਰਤਿਸ਼ਠਾ ਕਰਦੇ ਆ, ਪ੍ਰਭਤਾ ਹੁੰਦੀ ਹੈ ਧਨ ਦੇ ਨਾਲ। ਪਰ ਉਹਨਾਂ ਗੱਲਾਂ ਦਾ ਲੇਸ ਮਾਤਰ ਵੀ ਗੁਰੂ ਜੀ ਦੇ ਤਾਈਂ ਅਸਰ ਨਹੀਂ ਕੋਈ ਹੋਇਆ। ਅਤੇ ਸਤਿਗੁਰ ਦੇਵ ਜੀ ਪਹਿਲਾਂ ਵਾਂਗ ਹੀ ਹੁਣ ਖੁੱਲ੍ਹਦਿਲੀ ਦੇ ਨਾਲ ਸਾਰਾ ਕੰਮਕਾਜ ਕਰ ਰਹੇ ਹੈ। ਜਾਂ ਸੁਰ ਤਰ ਕੋ ਸੁਭਗ ਸੁਭਾਊ, ਜਾਚੇ ਛੂਛਾ ਛੋਰ ਨਕਾਊ। ਹਾਂ, ਜਿਸ ਤਰ੍ਹਾਂ ਕਹਿੰਦੇ ਕਲਪ ਬ੍ਰਿਛ ਦਾ ਸੁਭਾਅ ਹੁੰਦਾ ਹੈ ਅਤੇ ਹੁਣ ਉਹਦੇ ਤੋਂ ਕੋਈ ਹੁਣ ਖਾਲੀ ਨਹੀਂ ਨਾ ਜਾਂਦਾ। ਹੁਣ ਦਾਨਾਂ ਦਾ ਮੰਨਣਾ ਹੈ ਵੀ ਜੇ ਹੁਣ ਕਲਪ ਬ੍ਰਿਛ ਦੇ ਤਾਂ ਹੀ ਕੋਈ ਕਲਪਨਾ ਕਰ ਲਈ ਜਾਵੇ ਅਤੇ ਕਹਿਣ ਲੱਗੇ ਉਹ ਤੋਂ ਮੂੰਹ ਮੰਗੀ ਦਾਤ ਮਿਲਦੀ ਹੈ। ਤਿਉ ਜੋ ਕਰ ਹੈ ਅਰਥ ਨ ਰੰਕਾ, ਦੇਹ ਸਭਨ ਕੋ ਬਦਨ ਮਯੰਕਾ। ਹਾਂ, ਅਰਥ ਨਾ ਕਿਹਾ ਜਾਂਦਾ ਮੰਗਦਾ, ਕੋਈ ਕੰਗਾਲ ਆ ਕੇ ਮਯੰਕਾ ਕਹਿੰਦੇ ਆ। ਹੁਣ ਕੋਈ ਚੰਨ ਮੁਖੜੇ ਵਾਲੇ ਸਤਿਗੁਰਾਂ ਤੋਂ ਕੋਈ ਕੰਗਾਲ ਵੀ ਆ ਕੇ ਮੰਗਦਾ ਹੈ ਨਾ, ਅਤੇ ਸਤਿਗੁਰ ਦੇਵ ਜੀ ਨੂੰ ਉਹੀ ਵਸਤੂ ਦਿੰਦੇ ਹੈ। ਕਿਉਂਕਿ ਸਾਹਿਬ ਬਾਣੀ ਵਿੱਚ ਵੀ ਬਚਨ ਕਰਦੇ ਨੇ ਵੀ ਜਿਤੜੇ ਫਲ ਮਨ ਬਾਂਛੀ ਹੈ, ਤਿਤੜੇ ਸਤਿਗੁਰ ਪਾਸ। ਉਨੀਆਂ ਬਖਸ਼ਿਸ਼ਾਂ ਸਤਿਗੁਰਾਂ ਦੇ ਕੋਲ ਹੈ ਜਿੰਨੀਆਂ ਅਸੀਂ ਮੰਗਦੇ ਹਾਂ, ਅਤੇ ਗੁਰੂ ਜੀ ਸਦਾ ਹੀ ਸਾਨੂੰ ਦੇ ਰਹੇ ਆ ਦਾਤਾਂ। ਅਤੇ ਇੱਥੇ ਕਲਪ ਬ੍ਰਿਛ ਬਾਬਤ ਵੀ ਸਾਹਿਬਾਂ ਨੇ ਬਾਣੀ ਵਿੱਚ ਬਚਨ ਕੀਤੇ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਬਾਸੈ ਕਾਮ ਤੇ ਨਾ। ਹੁਣ ਕਿਹੜੀ ਕਾਮ ਤੇ ਨਾ, ਅਤੇ ਕਿਹੜਾ ਹੁਣ ਉਹ ਰੁੱਖ ਹੈ ਪਾਰਜਾਤ ਦਾ ਭਾਵ ਇੱਥੇ ਤੇ ਸਾਰਾ ਕੁਝ ਹੀ ਸਤਿਗੁਰਾਂ ਦੇ ਹੁਕਮ ਵਿੱਚ ਹੈ। ਸਾਰੀਆਂ ਬਖਸ਼ਿਸ਼ਾਂ ਹੀ ਗੁਰੂ ਜੀ ਦੀ ਖੁਸ਼ੀ ਵਿੱਚੋਂ ਸਾਨੂੰ ਸਹਿਜੇ ਪ੍ਰਾਪਤ ਹੋ ਜਾਂਦੀਆਂ, ਪਰ ਜੇ ਸਾਡਾ ਸਤਿਗੁਰਾਂ 'ਤੇ ਨਿਸ਼ਚਾ ਹੋਵੇ। ਦੌਲਤ ਖਾਨ ਖਰਚ ਤੈ ਥੋਰਾ, ਹੋਤ ਵਿਸਾਲਾ ਰੰਕਨ ਓਰਾ। ਹੁਣ ਜਿਹੜਾ ਦੌਲਤ ਖਾਂ ਹੈ ਹੁਣ ਉਹਦਾ ਹੁਣ ਜਿਹੜਾ ਕੋਈ ਖਰਚਾ ਵੀ ਕਿਹੜਾ ਕੋਈ ਘੱਟ ਸੀਗਾ, ਅਤੇ ਉੱਥੇ ਗਰੀਬਾਂ ਦੇ ਤਾਈਂ ਵੀ ਕਿਹੜਾ ਕੋਈ ਘੱਟ ਸੀ ਦਿੰਦੇ ਸਤਿਗੁਰ ਦਾਨ। ਭਾਵ ਵੀ ਉੱਥੇ ਬੇਅੰਤੀ ਖੁੱਲ੍ਹੇ ਭੰਡਾਰੇ ਹੁਣ ਵਰਤਦੇ ਸਨ। ਸਰਬ ਦਿਵਸ ਮਹਿ ਅਪਰ ਨਕਾਰਾ, ਵੀ ਕਹਿ ਦੇਤੇ ਦਾਨ ਉਦਾਰਾ। ਹੁਣ ਸਤਿਗੁਰ ਦੇਵ ਜੀ ਤੇ ਐਂ ਹੋਰ ਦੂਜਾ ਕੋਈ ਕੰਮ ਹੀ ਨਹੀਂ ਸੀ। ਜੇ ਕੋਈ ਮੋਦੀਖਾਨੇ ਦੇ ਵਿੱਚੋਂ ਕੋਈ ਦੌਲਤ ਖਾਨੀਆਂ, ਕੋਈ ਫੌਜਾਂ ਆ ਗਈਆਂ, ਕੋਈ ਰਾਜ ਦਰਬਾਰੀ ਆ ਗਏ, ਉਹਨਾਂ ਨੂੰ ਸਮਾਨ ਤੋੜ ਕੇ ਦੇ ਦੇਣਾ। ਹਾਂ, ਜੇ ਕੋਈ ਲੋੜਵੰਦ ਆ ਗਿਆ, ਕੋਈ ਜਾਚਕ ਜਨ ਆ ਗਿਆ, ਅਤੇ ਉਹਨੂੰ ਸਤਿਗੁਰਾਂ ਨੇ ਆਪਣੇ ਉਦਾਰ ਸੁਭਾਅ ਦੇ ਨਾਲ ਹੁਣ ਸੰਗ ਹੋ ਕੇ ਵਸਤੂਆਂ ਦੇਣੀਆਂ। ਦੋਹਰਾ ਮਨ ਪੁਨ ਤਨ ਧਾਰ, ਨਿਜ ਕੀਨੀ ਆਨ ਦੁਕਾਨ। ਦਾਰਦ ਛੁਦਾ ਜੋ ਨਗਨਤਾ, ਤਜ ਗੇ ਪੁਰ ਸੁਲਤਾਨ। ਹੁਣ ਸਤਿਗੁਰ ਦੇਵ ਜੀ ਨੇ ਹੁਣ ਮਾਨੋ ਜਦੋਂ ਹੁਣ ਇੱਥੇ ਆ ਕੇ ਮੋਦੀਖਾਨੇ ਦੀ ਦੁਕਾਰ ਸੰਭਾਲੀ ਹੈ ਨਾ, ਕਹਿੰਦੇ ਇਉਂ ਹੀ ਗੱਲ ਬਣ ਗਈ। ਮਨ ਹੋ ਪੁਨ ਤਨ ਧਾਰ ਨਿਜ, ਵੀ ਆਪ ਹੀ ਨਿੱਜੀ ਸਰੂਪ ਧਾਰਨ ਕਰਕੇ ਅਕਾਲ ਪੁਰਖ ਦੀ ਮੂਰਤ ਸਤਿਗੁਰਾਂ ਨੇ ਜਦੋਂ ਇਸ ਸੁਲਤਾਨਪੁਰੇ ਵਿੱਚ ਆ ਕੇ ਮੋਦੀਖਾਨੇ ਦੀ ਕਾਰ ਸੰਭਾਲੀ ਹੈ ਨਾ, ਅਤੇ ਮਾਨੋ ਵੀ ਉਸ ਵੇਲੇ ਦੀ ਗਰੀਬੀ ਦਾਰਦ ਦਾ ਕਹਿੰਦੇ ਗਰੀਬੀ ਨੂੰ, ਸ਼ੁਦਾ ਕਹਿੰਦੇ ਭੁੱਖ ਨੂੰ, ਨਗਨਤਾ ਕਹਿੰਦੇ ਨੰਗ। ਹੁਣ ਇੱਕ ਮਾਨੋ ਕਰਤਾਰਪੁਰ ਹੀ ਸੁਲਤਾਨਪੁਰਾ ਨਗਰੀ ਹੀ ਛੱਡ ਗਈਆਂ। ਭਾਵ ਇੰਨੀਆਂ ਉੱਥੇ ਬਰਕਤਾਂ ਸਤਿਗੁਰਾਂ ਦੇ ਆਉਣ ਕਰਕੇ ਵਰਤਣ ਲੱਗੀਆਂ। ਚੌਪਈ ਬਿਸਮਹ ਨਗਰ ਵਿਖੈ ਨਰ ਨਾਰੀ, ਮਨ ਅਨੁਮਾਨਤ ਮਤ ਜਿਨ ਹਾਰੀ। ਹੁਣ ਸਾਰੇ ਨਗਰ ਦੇ ਲੋਕ ਇਸਤਰੀਆਂ ਪੁਰਸ਼ ਇਹ ਸਤਿਗੁਰਾਂ ਦੇ ਚਲਤ ਨੂੰ ਵੇਖ ਵੇਖ ਕੇ ਹੈਰਾਨ ਹੋ ਰਹੇ ਹੈ, ਸੋਚਦੇ ਹੈ। ਪਰ ਹੁਣ ਉਹਨਾਂ ਦੀ ਹੁਣ ਇਹ ਸਾਰੀ ਗੱਲ ਬਾਤ ਮਤ ਤੋਂ ਪਰੇ ਹੈ। ਹੁਣ ਸਤਿਗੁਰ ਦੇਵ ਦੀ ਮਹਿਮਾ ਹੁਣ ਕੋਈ ਅਣਜਾਣ ਜੀਵ ਜਾਣ ਸਕਦਾ ਹੈ। ਹੁਣ ਉਹਨਾਂ ਨੇ ਬਹੁਤ ਸੋਚਿਆ ਵੀ ਇਹ ਚੱਲੀ ਕਿਵੇਂ ਜਾਂਦਾ, ਹੋਈ ਕਿਵੇਂ ਜਾਂਦਾ, ਪਰ ਨਹੀਂ ਸੀ ਉਹਨਾਂ ਨੂੰ ਪਤਾ ਵੀ ਇਹ ਮਾਈ ਇਹਨਾਂ ਦੇ ਹੁਕਮ ਵਿੱਚ ਵਰਤ ਰਹੀ ਹੈ। ਕੇਉ ਲਖ ਹੈ ਰਸਾਇਣ ਕਰਹੀ, ਧਰਮ ਵਧਾਵਹਿ ਕੋਏ ਉਚਰਹੀ। ਹਾਂ, ਹੁਣ ਲੋਕ ਵੰਨ ਸਵੰਨੇ ਅਨੁਮਾਨ ਲਾਉਂਦੇ ਆ, ਸੋਚਾਂ ਸੋਚਦੇ ਆ ਸਤਿਗੁਰਾਂ ਦੀ ਬਾਬਤ। ਕਹਿੰਦੇ ਵੀ ਇਹਨਾਂ ਦੇ ਕੋਲੇ ਕੋਈ ਰਸਾਇਣ ਹੈ, ਕੋਈ ਵੱਟੀ ਹੈ। ਕਹਿਣ ਲੱਗੇ ਵੀ ਜਿਹਦੇ ਕਰਕੇ ਇਹ ਹੁਣ ਕੋਈ ਆਪਣਾ ਹੁਣ ਧਰਮ ਦੇ ਕਾਰਨ ਹੁਣ ਧੰਦਾ ਵਧਾ ਰਹੇ ਆ। ਮਤਲਬ ਕਿ ਵੀ ਇਹਨਾਂ ਦੇ ਕੋਲੇ ਜ਼ਰੂਰ ਕੋਈ ਨਾ ਕੋਈ, ਜਿਵੇਂ ਆਪਾਂ ਆਮ ਕਹਿੰਦੇ ਵੀ ਹੁਣ ਫਲਾਨਾ ਸਿਉਂ ਕੋਲੇ ਬੜੀ ਮਾਇਆ ਆ ਗਈ, ਪਤਾ ਨਹੀਂ ਭਾਈ ਇਹਦੇ ਕਿਹੜੀ ਗਿੱਦੜ ਸਿੰਘੀ ਹੱਥ ਲੱਗ ਗਈ। ਹੁਣ ਇਉਂ ਸਤਿਗੁਰਾਂ ਦੇ ਬਾਬਤ ਹੁਣ ਇਹ ਸੰਸਾਰੀ ਲੋਕ ਛੋਟੀ ਮੱਤ ਵਾਲੇ ਅਨੁਮਾਨ ਲਾਉਂਦੇ ਹੈ।
को एक कलावान अनुमान है, को पारस को पास पਛਾਨ ਹੈ। ਹਾਂ ਹੁਣ ਕੋਈ ਕਹਿੰਦਾ ਵੀ ਇਹ ਤਾਂ ਕੋਈ ਦੈਵੀ ਸ਼ਕਤੀਆਂ ਵਾਲੇ ਕੋਈ ਕਲਾਵਾਨ ਹੈ, ਕੋਈ ਕਹਿੰਦਾ ਵੀ ਨਹੀਂ ਇਹਨਾਂ ਦੇ ਕੋਲੇ ਕੋਈ ਜ਼ਰੂਰ ਪਾਰਸ ਦੀ ਵੱਟੀ ਹੈ। को कह बर दीनो देवा, को जान है किछ तंत्रन सेवा। ਹਾਂ ਤੇ ਕੋਈ ਕਹਿੰਦਾ ਵੀ ਜ਼ਰੂਰ ਇਹਨਾਂ ਨੂੰ ਕਿਸੇ ਦੇਵਤੇ ਨੇ ਵਰਦਾਨ ਦਿੱਤਾ ਹੈ, ਤੇ ਕੋਈ ਕਹਿੰਦਾ ਵੀ ਜ਼ਰੂਰ ਇਹਨਾਂ ਨੇ ਕੋਈ ਨਾ ਕੋਈ ਜਾਦੂ ਟੂਣਾ ਆਪਣੇ ਵੱਸ ਵਿੱਚ ਕੀਤਾ। ਪਰ ਇਹਨਾਂ ਭਲੇ ਮਾਨਸ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਤਿਗੁਰੂ ਦੇਵ ਜੀ ਦੇ ਹੁਕਮ ਵਿੱਚ ਜਦੋਂ ਮਾਇਆ ਹੀ ਵਰਤ ਰਹੀ ਹੈ। ਹੁਣ ਇਹਨਾਂ ਚੀਜ਼ਾਂ ਤੋਂ ਤਾਂ ਸਤਿਗੁਰਾਂ ਨੇ ਸਾਨੂੰ ਸੰਸਾਰੀ ਜੀਵਾਂ ਨੂੰ ਮੁਕਤ ਕੀਤਾ ਹੈ, ਜਿਨ੍ਹਾਂ ਦੇ ਬਾਬਤ ਸੁਲਤਾਨਪੁਰੇ ਦੇ ਲੋਕ ਅੰਦਾਜ਼ੇ ਲਾ ਰਹੇ ਹੈ। ਭਾਖਤ ਕੋਏ ਭਗਤ ਇਹ ਪੂਰਾ, ਸ਼੍ਰੀ ਹਰਿ ਕੋਸ਼ ਕਰਨ ਓਰਾ। ਹਾਂ ਕੋਈ ਕਹਿੰਦਾ ਵੀ ਇਹ ਤਾਂ ਵੀ ਕੋਈ ਪੂਰਨ ਭਗਤ ਹੈ ਪਰਮੇਸ਼ਰ ਜੀ ਦੇ, ਜਿਸ ਦੇ ਕਰਕੇ ਹੁਣ ਖਜ਼ਾਨਾ ਘਟਦਾ ਹੀ ਕੋਈ ਨਹੀਂ ਹੈ। ਕੋਏ ਕਹੈ ਨਿਦ ਸਿਧ ਇਨ ਪਾਸੂ, ਦੇਤ ਦਾਨ ਦੀਨਨ ਕੋ ਆਸੂ। ਹਾਂ ਤੇ ਕੋਈ ਕਹਿੰਦਾ ਵੀ ਇਹਨਾਂ ਦੇ ਕੋਲੇ ਹੁਣ ਰਿੱਧੀ ਸਿੱਧੀ ਹੈ ਵੀ ਭਾਰੀ ਕਰਾਮਾਤ ਹੈ, ਜਿਹਦੇ ਕਰਕੇ ਹੁਣ ਖਜ਼ਾਨੇ ਨੂੰ ਲੁਟਾ ਤਾਂ ਰਹੇ ਹੈ, ਤੇ ਪਰ ਇੱਥੇ ਘਟਦਾ ਕੁਝ ਵੀ ਨਹੀਂ। ਜਿਨ ਪਰ ਕਰੁਣਾ ਦ੍ਰਿਸ਼ਟ ਨਿਹਾਰੀ, ਹਿਰਦੇ ਅਵਿਦਿਆ ਦੂਰ ਬਿਦਾਰੀ। ਹਾਂ ਪਰ ਜਿਨ੍ਹਾਂ ਉਤੇ ਸਤਿਗੁਰਾਂ ਨੇ ਆਪਣੀ ਮਿਹਰਾਮਦ ਦੀ ਨਜ਼ਰ ਕੀਤੀ ਹੈ, ਉਹਨਾਂ ਜੀਵਾਂ ਦੇ ਹਿਰਦਿਆਂ ਤੋਂ ਸਤਿਗੁਰਾਂ ਨੇ ਅਵਿਦਿਆ ਕਹੀ ਤੇ ਅਗਿਆਨਤਾ ਨੂੰ ਹੁਣ ਦੂਰ ਕਰ ਦਿੱਤਾ ਹੈ। ਸੋ ਜਾਣ ਹੈ ਪਰਮੇਸ਼ਰ ਆਪੂ, ਧਰ ਅਵਤਾਰ ਕਰਹਿ ਦੁਖ ਖਾਪੂ। ਹਾਂ ਤੇ ਉਹ ਹੁਣ ਜਾਣਦੇ ਆ ਵੀ ਇਹ ਤਾਂ ਖੁਦ ਹੀ ਪਰਮੇਸ਼ਵਰ ਦੇ ਸਵਰੂਪ ਨੇ, ਜਿਹੜੇ ਹੁਣ ਦੁੱਖ ਖਾਪੂ, ਦੁੱਖਾਂ ਦਾ ਨਾਸ਼ ਕਰਤਾ ਨੇ। ਜੋ ਸ਼ਰਧਾ ਧਰਜ ਰਸ਼ਨ ਕਰਹੀ, ਮੋਹ ਜਨਤ ਸੰਸੈ ਸਭ ਹਰਹੀ। ਹਾਂ ਤੇ ਜਿਹੜਾ ਕੋਈ ਹੁਣ ਸਤਿਗੁਰਾਂ ਦੇ ਤਾਈਂ ਹੁਣ ਧਰਦਾ, ਸ਼ਰਧਾ ਧਾਰਨ ਕਰਦਾ ਹੈ, ਉਹਨਾਂ ਦੇ ਤਾਈਂ ਸਤਿਗੁਰ ਦੇਵ ਜੀ ਮੋਹ ਤੋਂ ਉਪਜੇ ਸਾਰੇ ਹੀ ਸੰਕੇ ਹੁਣ ਦੂਰ ਕਰ ਦਿੰਦੇ ਹੈ। ਭਾਵ ਉਹਨਾਂ ਦੇ ਤਾਈਂ ਸਤਿਗੁਰ ਦੇਵ ਉਹਨਾਂ ਦੇ ਨਿਜ ਆਪੇ ਦਾ ਗਿਆਨ ਕਰਵਾ ਦਿੰਦੇ ਹੈ। ਜੇ ਕੋ ਸੀਖ ਆਨ ਕਰ ਲਈ, ਬਚਨ ਸੁਨਤ ਭ੍ਰਮ ਕੋ ਤਜ ਦੇ। ਹਾਂ ਤੇ ਜੇ ਕੋਈ ਸਤਿਗੁਰਾਂ ਤੋਂ ਕੋਈ ਹੁਣ ਸਿੱਖਿਆ ਦੇ ਬਚਨ ਸੁਣਨਾ ਚਾਹੁੰਦਾ ਤੇ ਸਤਿਗੁਰ ਦੇਵ ਉਹਨੂੰ ਹੁਣ ਬਚਨ ਵੀ ਸੁਣਾਉਂਦੇ ਹੈ, ਤੇ ਆਪਣੇ ਤਾਈਂ ਅੰਮ੍ਰਿਤ ਬਾਣੀ ਦੇ ਦੁਆਰਾ ਉਹ ਹੁਣ ਆਉਣ ਵਾਲੇ ਦੇ ਤਾਈਂ, ਪ੍ਰਸ਼ਨ ਕਰਨ ਵਾਲੇ ਦੇ ਤਾਈਂ ਹੁਣ ਪਰ ਉਹਦਾ ਹੁਣ ਸੰਸਾ ਦੂਰ ਕਰ ਦਿੰਦੇ ਹੈ। ਅਸ ਪ੍ਰਕਾਰ ਬੀਤਾ ਇੱਕ ਮਾਸਾ, ਜਾਚਕ ਮੋਰਹਿ ਕੋ ਨ ਨਿਰਾਸਾ। ਇਸ ਪ੍ਰਕਾਰ 1 ਮਹੀਨੇ ਦਾ ਸਮਾਂ ਬਤੀਤ ਹੋ ਗਿਆ ਤੇ ਕਿਸੇ ਨੂੰ ਵੀ ਸਤਿਗੁਰਾਂ ਨੇ ਖਾਲੀ ਨਾ ਮੋੜਿਆ। ਹਿਰਦੇ ਨਾਨਕੀ ਕੀਨ ਵਿਚਾਰਾ, ਭਰਾਤ ਭਾਰ ਜਾ ਆਏ ਅਗਾਰਾ। ਹਾਂ ਤੇ ਹੁਣ 1 ਮਹੀਨਾ ਜਦੋਂ ਬਤੀਤ ਹੋ ਗਿਆ ਤੇ ਭੈਣ ਨਾਨਕੀ ਜੀ ਨੇ ਹੁਣ ਵਿਚਾਰ ਕੀਤੀ, ਇਹ ਸੰਕਲਪ ਕੀਤਾ ਵੀ ਹੁਣ ਭਰਾ ਜੀ ਹੁਣ ਆਪਣੀ ਵਹੁਟੀ ਨੂੰ ਹੁਣ ਲੈ ਕੇ ਆਉਣ, ਜਿਹੜੇ ਗਏ ਹੋਏ ਆ ਨਾ ਬਟਾਲੇ ਦੇ, ਹੁਣ ਉਹਨਾਂ ਨੂੰ ਵਾਪਸ ਲੈ ਆਉਣ। ਸਭੈ ਸੰਭਾਰਨ ਸਾਂਭੈ ਸੋ, ਤਹਿ ਬਿਨ ਕਰ ਕੀ ਰੀਤ ਨ ਕੋ। ਨਾ ਕਹਿਣ ਹੁਣ ਸੋਚਦੇ ਆ ਵੀ ਉਹੀ ਆਣ ਕੇ ਹੁਣ ਜਿਹੜਾ ਘਰ-ਬਾਰ ਦਾ ਜਿਹੜਾ ਸਾਰਾ ਸਾਜੋ ਸਮਾਨ ਹੁਣ ਸੰਭਾਲਣ, ਹੁਣ ਉਹਨਾਂ ਤੋਂ ਬਗੈਰ ਹੁਣ ਕੋਈ ਹੁਣ ਘਰ ਦਾ ਕੋਈ ਹੁਣ ਕੰਮ ਕਾਜ ਹੁਣ ਮੈਥੋਂ ਇਕੱਲੇ ਸੰਭਾਲਿਆ ਨਹੀਂ ਜੇ ਜਾਂਦਾ। ਯਾ ਬਿਦ ਕਰ ਔਰ ਕੀ ਅਬਲਾਖਾ, ਪਤ ਕੇ ਨਿਕਟ ਬਚਨ ਪੁਨ ਭਾਖਾ। ਆ ਤੇ ਭੈਣ ਨਾਨਕੀ ਜੀ ਨੇ ਇਹ ਆਪਣੇ ਚਿੱਤ ਦਾ ਫੁਰਨਾ ਸੀ, ਜਿਹੜਾ ਚਿੱਤ ਦਾ ਵਿਚਾਰ ਸੀ ਨਾ, ਇਹ ਵਿਚਾਰ ਕੇ ਆਪਣੇ ਪਤੀ ਜੀ ਦੇ ਤਾਈਂ ਹੁਣ ਭਾਈ ਜੈ ਰਾਮ ਜੀ ਦੇ ਤਾਈਂ ਕਹਿਣਾ ਕੀਤਾ। ਨੇਗ ਯੋਗ ਕੋ ਦੇਹੋ ਪਠਾਈ, ਭਰਾਤ ਭਾਰ ਜਾ ਲਿਓ ਮੰਗਾਈ। ਹਾਂ ਕਹਿਣ ਲੱਗੇ ਹੁਣ ਕਿਸੇ ਹੁਣ ਨੇਕ ਇਹਦਾ ਲਾਗੀ ਨੂੰ ਹੁਣ ਘੱਲ ਦਿਓ, ਜਿਹੜੀ ਭਾਰ ਜਾ ਕਹਿੰਦੇ ਭਰਜਾਈ ਦੇ ਤਾਈਂ ਹੁਣ ਲਿਆਉਣੀ ਕਰੇ। ਸੁਨ ਜੈ ਰਾਮ ਤਬ ਮਨੁਜ ਬੁਲਾਏ, ਭਲੀ ਰੀਤ ਸੋ ਤਹਿ ਪਦਰਾਏ। ਅਤੇ ਉਹਨਾਂ ਨੇ ਉਸੇ ਵੇਲੇ ਹੁਣ ਭਾਈ ਜੈ ਰਾਮ ਜੀ ਨੇ ਹੁਣ ਇੱਕ ਮਨੁਜ ਆਪਣੇ ਨੌਕਰ ਨੂੰ ਬੁਲਾਇਆ ਤੇ ਭਲੀ ਰੀਤ ਸੋ ਤਹਿ ਪਰ ਦਰਾਏ। ਹੁਣ ਪਦਰਾਏ ਦਾ ਭਾਵ ਵੀ ਭੇਜ ਦਿੱਤਾ। ਹੁਣ ਇੱਕ ਠੀਕ ਸਮਝਦਾਰ ਵਿਅਕਤੀ ਦੀ ਡਿਊਟੀ ਲਗਾ ਦਿੱਤੀ ਗਈ। ਮੂਲ ਚੰਦ ਕੋ ਸਦਨ ਸੁਹਾਵਾ, ਪਹੁੰਚੇ ਜਾਏ ਸੰਦੇਸ਼ ਸੁਨਾਵਾ। ਹਾਂ ਹੁਣ ਬਾਬਾ ਮੂਲ ਚੰਦ ਜੀ ਦੇ ਘਰੇ ਉਹ ਸੱਜਣ ਪਹੁੰਚਿਆ ਹੈ ਲਾਗੀ,
ਤੇ ਜਾ ਕੇ ਉਹਨਾਂ ਨੇ ਹੁਣ ਦੇ ਸੰਦੇਸ਼ ਸੁਣਾਵਾ। ਹੁਣ ਉਹਨਾਂ ਨੇ ਆਪਣੇ ਆਉਣ ਦਾ ਪ੍ਰਯੋਜਨ ਦੱਸਣਾ ਕੀਤਾ, ਸੁਨੇਹਾ ਦਿੱਤਾ। ਕਰ ਵਿਚਾਰ ਤਬ ਚੰਦੋ ਭਾਗੀ, ਸੁਤ ਸਨੇ ਵਿਖੈ ਅਨੁਰਾਗੀ। ਤੇ ਉਹ ਕਰਕੇ ਵਿਚਾਰ, ਕਿਹਨੇ ਵਿਚਾਰ ਕੀਤਾ? ਮੂਲ ਚੰਦ ਜੀ ਦੀ ਪਤਨੀ। ਕੌਣ ਨੇ? ਮਾਤਾ ਚੰਦੋ ਰਾਣੀ। ਹੁਣ ਚੰਦੋ ਰਾਣੀ ਜੀ ਜਿਹੜੀ ਗੁਰੂ ਜੀ ਦੇ ਭਾਗਾਂ ਵਾਲੀ ਸੱਸ ਹੈ, ਵਿਚਾਰ ਕੀਤੀ ਤੇ ਹੁਣ ਆਪਣੀ ਹੁਣ ਪੁੱਤਰੀ ਦੇ ਸਨੇਹ ਨੂੰ ਵੀ ਉਹਨਾਂ ਨੇ ਵੇਖਿਆ ਹੈ, ਮੋਹ ਨੂੰ ਵੀ ਵੇਖਿਆ ਹੈ। ਵਡ ਭਾਗਨ ਕੀ ਕੀਨੀ ਤਿਆਰੀ, ਦੀਨੀ ਸੰਗ ਸੋਜ ਤਿਨ ਭਾਰੀ। ਤੇ ਉਹਨਾਂ ਹੁਣ ਵੇਖਿਆ ਵੀ ਭਾਈ ਹੁਣ ਪੁੱਤਰੀ ਦਾ ਵਿਆਹ ਕਰ ਦਿੱਤਾ ਗਿਆ, ਹੁਣ ਮਹੀਨਾ ਹੋ ਗਿਆ, ਇਹਨੂੰ ਹੁਣ ਭੇਜਣਾ ਵੀ ਹੈ। ਤੇ ਹੁਣ ਮਾਤਾ ਚੰਦੋ ਰਾਣੀ ਜੀ ਆਪਣੀ ਪੁੱਤਰੀ ਸੁਲੱਖਣੀ ਜੀ ਦੀ ਹੁਣ ਜਿਹੜੇ ਬਹੁਤ ਭਾਗਾਂ ਵਾਲੇ ਨੇ, ਹੁਣ ਉਹਨਾਂ ਦਾ ਲੋੜੀਂਦਾ ਸਾਜੋ ਸਮਾਨ ਬਣ ਦਿੱਤਾ ਹੈ, ਤਿਆਰੀ ਹੋਈ ਹੈ। ਦੇਵੀ ਰੂਪ ਸੁਲੱਖਣੀ ਨਾਮਾ, ਚੜ ਢੋਰੇ ਗਵਨੀ ਅਬਰਾਮ। ਤੇ ਮਾਤਾ ਸੁਲੱਖਣੀ ਜਿਹੜੇ ਦੇਵੀ ਸਰੂਪ ਨੇ, ਬੜੇ ਆਨੰਦ ਦੇ ਸਹਿਤ ਹੁਣ ਡੋੜੇ ਤੇ ਚੜੇ ਹੈ। ਦਾਸੇ ਸੰਗ ਲਏ ਪੁਰ ਆਈ, ਚਰਨ ਨਾਨਕੀ ਕੇ ਲਪਟਾਈ। ਤੇ ਰਸਤੇ ਦਾ ਪੈਂਡਾ ਮੁਕਾ ਕੇ ਹੁਣ ਦਾਸੀ ਦੇ ਨਾਲ ਹੁਣ ਚੱਲ ਕੇ ਨਾ ਬਟਾਲੇ ਤੋਂ ਸੁਲਤਾਨਪੁਰ ਨਗਰੀ ਆਏ ਹੈ। ਤੇ ਆ ਕੇ ਬੇਬੇ ਨਾਨਕੀ ਜੀ ਦੇ ਉਹਨਾਂ ਨੇ ਚਰਨ ਸਪਰਸ਼ ਕੀਤੇ ਹੈ। ਦੀਨ ਆਸਿਖਾ ਕਰ ਸਨਮਾਨਾ, ਸਦਨ ਬਸਾਈ ਜੋ ਸੁਬਥਾਨਾ। ਤੇ ਹੁਣ ਮਾਤਾ ਜੀ ਵੀ ਅੱਗੋਂ ਹੁਣ ਅਸੀਸਾਂ ਦਿੰਦੇ ਹੈ, ਬੇਬੇ ਨਾਨਕੀ ਵੀ ਅਸੀਸਾਂ ਦਿੰਦੇ ਹੈ ਤੇ ਸਨਮਾਨ ਸਹਿਤ ਹੁਣ ਉਹਨਾਂ ਨੂੰ ਸੋਹਣੀ ਥਾਂ ਤੇ ਆਪਣੇ ਘਰੇ ਬਿਠਾਉਂਦੇ ਹੈ। ਏਤਕ ਦਿਵਸ ਬਿਤਾਏ ਤਹਵਾ, ਹੋ ਤੋ ਨਕੇਤ ਨਾਨਕੀ ਜਹਵਾ। ਇਸ ਤਰ੍ਹਾਂ ਫਿਰ ਕਿੰਨੇ ਦਿਨ ਹੁਣ ਬੇਬੇ ਨਾਨਕੀ ਜੀ ਦੇ ਘਰ ਬਤੀਤ ਕੀਤੇ ਹੈ। ਬਾਹੁਰ ਨਿਰਾਰਾ ਹਰਮ ਬਨਾਵਾ, ਸਰਬ ਰਤਨ ਮਹਿ ਸੁਭਗ ਸੁਹਾਵਾ। ਤੇ ਫਿਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਹੀ ਫਿਰ ਵੱਖਰਾ ਹਰਮ ਕਹੀਦਾ ਮਹਿਲ ਬਣਾ ਲੈਂਦੇ ਆ, ਜਿਹੜਾ ਸਰਬ ਰੁਤਨ ਮੈਂ ਸੁਭਾਗ ਸੁਹਾਵਾ, ਜਿਹੜਾ ਸਾਰੀਆਂ ਰੁੱਤਾਂ ਦੇ ਵਿੱਚ ਚੰਗਾ ਸੀ, ਭਾਵ ਸਾਰੀਆਂ ਰੁੱਤਾਂ ਦੇ ਵਿੱਚ ਹੀ ਸੁਖਦਾਈ ਸੀ। ਭਾਂਜਨ ਆਦ ਸੋਜ ਜੋ ਚਹੀਆ, ਸਭ ਅਨਵਾਏ ਧਰੀ ਕਰ ਮਹੀਆ। ਤੇ ਸਤਿਗੁਰਾਂ ਨੇ ਫਿਰ ਆਪਣੇ ਘਰੇ ਜਿਹੜਾ ਕੁਝ ਲੋੜੀਂਦਾ ਸਾਜੋ ਸਮਾਨ ਚਾਹੀਦਾ, ਭਾਂਡੇ ਤੇ ਆਦਿਕ ਸਮਾਨ ਸਭ ਕੁਝ ਮੰਗਵਾ ਲਿਆ ਤੇ ਘਰੇ ਰੱਖਿਆ ਹੈ। ਆਨ ਧਰੇ ਸਭ ਭਾਵਤ ਜੀ ਕੇ, ਸਭ ਅਨਵਾਏ ਧਰੇ ਕਰ ਮਹੀਆ। ਸਰਪੀ ਸਤਾ ਅਨ ਕੋ ਜੋ ਨੀਕੇ। ਤੇ ਸਾਰਾ ਕੁਝ ਹੁਣ ਘਿਓ ਖੰਡ ਤੇ ਉੱਤਮ ਪਦਾਰਥ ਹੁਣ ਮਨਪਸੰਦੀ ਦੀਆਂ ਚੀਜ਼ਾਂ ਉੱਥੇ ਲਿਆ ਕੇ ਰੱਖੀਆਂ। ਹੁਣ ਜਿਹੜਾ ਹੁਣ ਚੁੱਲ੍ਹ ਦਾ ਸਾਜੋ ਸਮਾਨ ਹੈ ਉਹ ਸਾਰਾ ਹੁਣ ਘਰੇ ਲਿਆਂਦਾ ਗਿਆ ਹੈ। ਦੋਹਰਾ ਕੰਚਨ ਭੂਖਣ ਨਗ ਜਟੇ, ਪਹਿਰਾਏ ਕਰਵਾਏ। ਹਰਖੀ ਔਰ ਬਹੁ ਨਾਨਕੀ, ਭਰਾਤਾ ਪੌਣ ਬਸਾਏ। ਤੇ ਹੁਣ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਥੋੜੇ ਨਗ ਜੜੇ ਹੋਏ ਸੀ, ਹੁਣ ਉਹਨਾਂ ਹੁਣ ਕਢਵਾ ਕੇ ਹੁਣ ਪਹਿਨਾ ਦਿੱਤੇ ਹੈ। ਤੇ ਬੇਬੇ ਨਾਨਕੀ ਜੀ ਆਪਣੇ ਵੀਰ ਦਾ ਸੋਹਣਾ ਘਰ ਵਸਿਆ ਵੇਖ ਕੇ ਬਹੁਤ ਪ੍ਰਸੰਨ ਹੋ ਰਹੇ ਹੈ। ਚੌਪਈ ਕਮਲ ਬਦਨ ਨਿਜ ਸਦਨ ਨ ਆਵਹਿ, ਆਪਨ ਪਰਨਿਸ ਦਇਓਸ ਬਿਤਾਵਹਿ। ਹੁਣ ਸਤਿਗੁਰ ਦੇਵ ਸੋਹਣੇ ਮੁਖੜੇ ਵਾਲੇ ਹੁਣ ਘਰੇ ਨਹੀਂ ਆਉਂਦੇ, ਹੁਣ ਦਿਨ ਰਾਤ ਹੱਟੀ ਤੇ ਹੀ ਹੁਣ ਮੋਦੀ ਖਾਨੇ ਦੀ ਬਤੀਤ ਕਰ ਦਿੰਦੇ ਹੈ। ਜੇ ਕਬ ਆਵਹਿ ਦੀਨਨ ਨਾਥਾ, ਭਨਤ ਨ ਬਚਨ ਸੁਲੱਖਣੀ ਸਾਥ। ਤੇ ਜੇ ਗਰੀਬਾਂ ਦੇ ਮਾਲਕ ਸਤਿਗੁਰੂ ਦੇਵ ਘਰੇ ਆਉਂਦੇ ਤੇ ਮਾਤਾ ਸੁਲੱਖਣੀ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਜੇ ਕਰਦੇ। ਕਿੰਚਤ ਪ੍ਰੀਤ ਨ ਚਿਤ ਤੇ ਕਰੀ, ਆਨ ਦਰਬ ਕਛੁ ਤਾਮਨ ਧਰੀ। ਤੇ ਸਤਿਗੁਰ ਦੇਵ ਜੀ ਨੂੰ ਰਤਾ ਜਿੰਨੀ ਵੀ ਹੁਣ ਪ੍ਰੀਤ ਨਹੀਂ ਹੈ ਮਾਤਾ ਸੁਲੱਖਣੀ ਜੀ ਨੇ, ਨਾ ਹੀ ਕੋਈ ਰੁਪਈਆ ਧੇਲਾ ਲਿਆ ਕੇ ਘਰੇ ਦਿੰਦੇ ਹੈ। ਦੀਨਨ ਦੇਨੋ ਦਾਨ ਦਨਾਈ, ਕਰ ਦੁਕਾਨ ਜਗ ਰੀਤ ਚਲਾਈ। ਤੇ ਦੀਨਾਂ ਦੇ ਦਾਤੇ ਸਤਿਗੁਰ ਦੇਵ ਹੁਣ ਸਾਰਾ ਕੁਝ ਉੱਥੇ ਹੀ ਹੁਣ ਲੁਟਾ ਰਹੇ ਹੈ। ਤੇ ਹੁਣ ਸਾਰੇ ਲੋਕੀ ਸਤਿਗੁਰਾਂ ਤੋਂ ਹੁਣ ਬਖਸ਼ਿਸ਼ਾਂ ਪ੍ਰਾਪਤ ਕਰ ਰਹੇ ਹੈ। ਤੇ ਕਾਰ ਦੁਕਾਨ ਜਗ ਰੀਤ ਚਲਾਈ, ਹੁਣ ਵੱਖਰੀ ਰੀਤ ਇੱਕ ਰਸਤਾ ਗੁਰਾਂ ਨੇ ਤੋਰਿਆ ਹੋਇਆ ਹੈ। ਲੇਤ ਪੂਰਨਿਤ ਭੀਰ ਭਵੰਤਾ, ਦਹਿਨ ਰਾਲਸ ਸ੍ਰੀ ਜਗ ਕੰਤਾ। ਤੇ ਜਗਤ ਦੇ ਮਾਲਕ ਬੜੇ ਹੁਣ ਖੁੱਲ੍ਹਦਲੀ ਦੇ ਨਾਲ ਹੁਣ ਸਾਰੀਆਂ ਉੱਤਮ ਵਸਤੂਆਂ, ਅਨਾਜ, ਹੁਣ ਜੋੜਾ ਕੁਝ ਲੋੜੀਂਦਾ ਹੈ ਸਭ ਆਉਣ ਵਾਲੀ ਭਾਰੀ ਭੀੜ ਨੂੰ ਦਿੰਦੇ ਹੈ।
ਕੋ ਬਿਲੋਕ ਨਰ ਕੀਰਤ ਕਰਹੀ, ਕੋ ਇਕ ਹਿਰਦੈ ਅਸੂਆ ਤਰਹੀ। ਹਾਂ ਤੇ ਹੁਣ ਕੋਈ ਤਾਂ ਸਤਿਗੁਰਾਂ ਦਾ ਸੁਭਾਅ ਵੇਖ ਕੇ ਹੁਣ ਬਹੁਤ ਪ੍ਰਸ਼ੰਸਾ ਕਰਦਾ, ਤੇ ਕਈ ਲੋਕ ਬਹੁਤ ਜ਼ਿਆਦਾ ਈਰਖਾ ਕਰਦੇ ਹੈ। ਦੋਹਰਾ ਸੁਨ ਪਿਖ ਖਿਜਹਿ ਸੋ ਲਖਣੀ, ਅਸ ਪ੍ਰਕਾਰ ਵਿਵਹਾਰ। ਕਰ ਕੀ ਪੀਰ ਨ ਜਾਣੀ, ਬਾਹਰ ਬਨਿਓ ਉਦਾਰ। ਹੁਣ ਮਾਤਾ ਸੁਲੱਖਣੀ ਜੀ ਵੀ ਸਤਿਗੁਰਾਂ ਦਾ ਹੁਣ ਐਸਾ ਵਿਹਾਰ ਵੇਖ ਕੇ ਬੜੇ ਖਿੱਚਦੇ ਐ। ਹੁਣ ਕਹਿੰਦੇ ਆ ਵੀ ਬਾਹਰ ਤਾਂ ਵੱਡੇ ਦਾਨੀ ਬਣੇ ਫਿਰਦੇ ਐ, ਪਰ ਘਰ ਦੀ ਕੋਈ ਹੁਣ ਖਬਰਸਾਰ ਨਹੀਂ। ਚੌਪਈ ਰਾਖਹਿ ਦਰਬਨ ਖੋਏ ਆਕਾਜੂ, ਸਦਾ ਮੂਲ ਜੋ ਗ੍ਰਸਤ ਸਮਾਜੂ। ਹਾਂ ਤੇ ਹੁਣ ਜਿਹੜਾ ਧਨ ਪੈਸਾ ਹੁਣ ਲੋੜੀਂਦਾ ਹੈ ਜੋੜਦੇ ਨਹੀਂ ਹੈ, ਤੇ ਹੁਣ ਇਉਂ ਹੀ ਹੁਣ ਬੇਫਿਕਰਿਆਂ ਵਾਂਗ ਹੁਣ ਗਵਾਈ ਜਾਂਦੇ ਹੈ। ਘਰ ਕੇ ਖਰਚ ਅਨੇਕ ਬਿਦ ਹੋਏ, ਦਰਬ ਪਾਸ ਤੇ ਪੂਜਹਿ ਸੋਏ। ਹਾਂ ਤੇ ਹੁਣ ਘਰ ਵਿੱਚ ਹੁਣ ਕਿੰਨੀਆਂ ਜ਼ਰੂਰਤਾਂ ਹੁੰਦੀਆਂ ਨੇ ਮਾਇਆ ਦੀਆਂ, ਤੇ ਕੋਈ ਫਿਕਰ ਹੀ ਨਹੀਂ ਹੈ। ਹੁਣ ਸਾਰਾ ਕੁਝ ਬਾਹਰ ਹੀ ਲੁਟਾ ਰਹੇ ਹੈ। ਇਨਕੇ ਮਨ ਇਹ ਬਾਤ ਨ ਕਾਈ, ਜੋ ਆਵਤ ਸਭ ਦੇਤ ਲੁਟਾਈ। ਤੇ ਮਾਤਾ ਸੁਲੱਖਣੀ ਜੀ ਸੋਚਦੇ ਆ ਵੀ ਇਹਨਾਂ ਦੇ ਭਾਵ ਗੁਰੂ ਜੀ ਦੇ ਹੁਣ ਚਿੱਤ ਵਿੱਚ ਕੋਈ ਗੱਲ ਨਹੀਂ ਆ ਰਹੀ, ਤੇ ਧਨ ਕਮਾਉਂਦੇ ਵੀ ਹੈ, ਤੇ ਪਰ ਸਾਰਾ ਹੀ ਲੁਟਾਈ ਜਾ ਰਹੇ ਹੈ। ਧਨ ਰਾਖਨ ਮਨ ਇਹ ਧਨ ਰਾਖਨ ਨਿਜ ਔਰ ਨ ਵਿਚਾਰਾ, ਅਵਰ ਨ ਵਰਜਹਿ ਭੇ ਅਨੁਸਾਰਾ। ਹਾਂ ਕਹਿਣ ਲੱਗੇ ਵੀ ਰਤਾ ਜਿੰਨਾ ਵੀ ਖਿਆਲ ਨੇ ਵੀ ਕੋਈ ਚਾਰ ਦਮੜੇ ਕੋੜੇ ਰੱਖ ਲਗੇ, ਤੇ ਅਵਰ ਨਾ ਵਰਜ। ਹੁਣ ਨਾ ਹੀ ਇਹਨਾਂ ਨੂੰ ਕੋਈ ਵਰਜਣ ਵਾਲਾ, ਕੋਈ ਰੋਕਣ ਵਾਲਾ ਵੀ ਨਹੀਂ, ਸਾਰੇ ਇਹਨਾਂ ਦੇ ਅਨੁਸਾਰ ਹੀ ਹੈ। ਭਾਵ ਸਾਰੀ ਇਹਨਾਂ ਦੀ ਹਾਂ ਵਿੱਚ ਹੀ ਹਾਂ ਮਿਲਾਉਂਦੇ ਹੈ। ਸਦਾ ਗਿਨਤ ਗਿਨਤੀ ਇਸ ਭਾਂਤੀ, ਹਿਰਦੇ ਦੁਖ ਤਿਰ ਹੈ ਤੇ ਦਿਨ ਰਾਤੀ। ਹਾਂ ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਹੁਣ ਦਿਨ ਰਾਤ ਇਹ ਸੋਚਾਂ ਵਿੱਚ ਪਏ ਰਹਿੰਦੇ ਹੈ, ਤੇ ਹੁਣ ਜਿਹਦੇ ਕਰਕੇ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਭਾਰੀ ਦੁੱਖ ਹੈ। ਕਬ ਕਬ ਆਏ ਨਾਨਕੀ ਪਾਸਾ, ਕਹਿ ਰੋਸ ਸੋ ਨਿਜ ਦੁਖ ਰਾਸਾ। ਹੁਣ ਕਦੇ ਕਦਾਈ ਹੁਣ ਭੈਣ ਨਾਨਕੀ ਜੀ ਦੇ ਘਰੇ ਆਉਂਦੇ ਆ ਮਾਤਾ ਸੁਲੱਖਣੀ ਜੀ, ਗੁੱਸੇ ਨਾਲ ਆ ਕੇ ਆਪਣਾ ਸਾਰਾ ਹੁਣ ਉਹ ਪੱਖ ਰੱਖਦੇ ਹੈ, ਆਪਣੀ ਸਾਰੀ ਗੱਲ ਦੱਸਦੇ ਹੈ। ਨਿਜ ਭਰਾਤਾ ਕੋ ਨਹਿ ਸਮਝਾਵਹਿ, ਗ੍ਰਸਤ ਕਾਜ ਇਉ ਕਿਉ ਬਨ ਆਵਹਿ। ਤੇ ਲਾਂਭਾ ਦਿੰਦੇ ਆ ਭੈਣ ਨਾਨਕੀ ਜੀ ਨੂੰ ਮਾਤਾ ਸੁਲੱਖਣੀ ਵੀ ਤੁਸੀਂ ਆਪਣੇ ਭਰਾਤਾਂ ਨੂੰ ਸਮਝਾਉਂਦੇ ਕਿਉਂ ਨਹੀਂ ਵੀ ਗ੍ਰਸਤੀ ਦਾ ਕੰਮ ਇਉਂ ਕਿਵੇਂ ਚੱਲੇਗਾ। ਆਨ ਸਦਨ ਨਹਿ ਬਦਨ ਦਿਖਾਵੈ, ਸਰਬ ਦਰਬ ਕੋ ਬਹਿਰ ਲੁਟਾਵੈ। ਹਾਂ ਕਹਿਣ ਲੱਗੇ ਨਾ ਕੋਈ ਸਮੇਂ ਸਿਰ ਘਰ ਆ ਕੇ ਮੈਨੂੰ ਮੂੰਹ ਦਿਖਾਉਂਦੇ ਹੈ, ਤੇ ਨਾ ਕੋਈ ਰੁਪਈਆ ਧੇਲਾ ਲਿਆਉਂਦੇ ਆ, ਸਾਰਾ ਕੁਝ ਬਾਹਰ ਹੀ ਹੁਣ ਉੱਥੇ ਵੰਡ ਰਹੇ ਹੈ, ਉੱਥੇ ਹੀ ਲੁਟਾ ਰਹੇ ਹੈ। ਸੁਨ ਕਰ ਸ੍ਰੋਣ ਨਾਨਕੀ ਬਾਣੀ, ਪਰਜਾਈ ਸਭ ਬਿਦ ਸਨਮਾਨੀ। ਹਾਂ ਸੁਣ ਕੇ ਮਾਤਾ ਤ੍ਰਿਪਤਾ ਜੀ ਮਾਤਾ ਨਾਨਕੀ ਜੀ ਆਪਣੀ ਭਰਜਾਈ ਦੀ ਸਾਰੀ ਗੱਲ ਤੇ ਹਰ ਤਰ੍ਹਾਂ ਨਾਲ ਉਹਨਾਂ ਨੂੰ ਸਨਮਾਨ ਦਿੰਦੇ ਹੈ। ਮధుਰ ਬਚਨ ਸੋ ਸਿਖ ਵਨ ਦੀਨੀ, ਜਗਤ ਰੀਤ ਲਖ ਸਾਚੀ ਚੀਨੀ। ਹਾਂ ਕਹਿਣ ਲੱਗੇ ਭੈਣ ਨਾਨਕੀ ਜੀ ਬੜੇ ਮਧੁਰ ਬਚਨ ਮਿੱਠੇ ਬੋਲ ਬੋਲ ਕੇ ਹੁਣ ਨਸੀਹਤ ਦਿੰਦੇ ਆ। ਕੀ ਕਹਿੰਦੇ ਆ, ਸੰਸਾਰ ਦੀ ਰੀਤੀ ਨੂੰ ਤੂੰ ਨੂੰ ਹੁਣ ਸੱਚਾ ਮੰਨਿਆ ਹੋਇਆ ਹੈ। ਜਿਉ ਉਚਰਤ ਤਿਉ ਕਰੀਏ ਕਾਜੂ, ਜਿਉ ਸੋ ਕਰਹਿ ਰਹੋ ਤਿਉ ਰਾਜੂ। ਹੁਣ ਕਹਿਣ ਲੱਗੇ ਜਿਉਂ ਉਚਰੈ ਤਿਉ ਕੀਜੈ ਕਾਜੂ। ਕਹਿਣ ਲੱਗੇ ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਪਤੀ ਗੁਰੂ ਨਾਨਕ ਦੇਵ ਕਹਿੰਦੇ ਆ ਨਾ, ਤੁਸੀਂ ਉਵੇਂ ਕੰਮ ਕਰੋ, ਤੇ ਉਹਦੇ ਵਿੱਚ ਹੀ ਤੁਸੀਂ ਖੁਸ਼ ਰਹਿਣਾ ਸਿੱਖੋ। ਸਭ ਬਿਦ ਆਪ ਚਤੁਰ ਸੋ ਸਿਆਣਾ, ਕਿਆ ਸਮਝਾਵੋ ਨਹੀਂ ਇਆਨਾ। ਕਹਿਣ ਲੱਗੇ ਸਭ ਵਿਦ ਆਪ ਚਤੁਰ ਸੋ ਸਿਆਣਾ। ਕਹਿਣ ਲੱਗੇ ਬਹੁਤ ਚਤੁਰ ਹੈ, ਬਹੁਤ ਸਮਝਦਾਰ ਹੈ, ਮੈਂ ਕੀ ਸਮਝਾਵਾਂ, ਉਹ ਕਿਹੜਾ ਕੋਈ ਅਣਜਾਣ ਹੈ। ਪਤ ਤੇ ਤਜਹੁ ਜੋ ਮਤ ਪ੍ਰਤਕੂਲਾ, ਸਦਾ ਹਿਰਦੇ ਸੋ ਰਹੋ ਅਨੁਕੂਲਾ। ਹਾਂ ਤੁਸੀਂ ਸਦਾ ਹੀ ਆਪਣੇ ਪਤੀ ਦੇ ਅਨੁਸਾਰ ਹੀ ਹੋ ਕੇ ਰਹੋ, ਤੇ ਆਪਣੀ ਪਤੀ ਦੀ ਵਿਚਾਰ ਦੇ ਉਲਟ ਨਾ ਜਾਵੋ। ਜੋ ਕੁਛ ਲਾਲਸ ਹੋਏ ਪਦਾਰਥ, ਕਹਿ ਮੋਹ ਸੋ ਪੂਰਵੋਂ ਸਭ ਸਵਾਰਥ। ਕਹਿਣ ਲੱਗੇ ਅੱਗੋਂ ਬੇਬੇ ਨਾਨਕੀ ਜੀ ਜੇ ਕਿਸੇ ਚੀਜ਼ ਦੀ ਕੋਈ ਚੀਜ਼ ਬਸ ਦੀ ਲੋੜ ਹੋਵੇ ਨਾ, ਤੇ ਤੁਸੀਂ ਨਿਰ ਸੰਸ਼ੇ ਹੋ ਕੇ ਮੈਨੂੰ ਹੁਣ ਆਖਿਆ ਕਰੋ, ਮੈਂ ਤੁਹਾਡੀਆਂ ਆਪੇ ਲੋੜਾਂ ਪੂਰੀਆਂ ਕਰਾਂਗੀ। ਜਾਨਹੁ ਭਲਾ ਕੰਤ ਅਨੁਸਾਰਾ, ਹੋਵਹਿ ਸਰਬ ਭਾਂਤ ਸੁਖ ਪਾਰਾ। ਕਹਿਣ ਲੱਗੇ ਪਤੀ ਦੇ ਅਨੁਸਾਰ ਹੀ ਹੁਣ ਤੁਸੀਂ ਭਲਾ ਆਪਣਾ ਸਮਝੋ, ਤੇ ਸਾਰੇ ਤਰ੍ਹਾਂ ਦਾ ਸੁੱਖ ਵੀ ਹੁਣ ਆਪਣੇ ਪਤੀ ਦੇ ਸੁੱਖ ਵਿੱਚ ਹੀ ਤੁਸੀਂ ਮੰਨਣਾ ਕਰੋ। ਮਦਰ ਗਿਰਾ ਕੀ ਸੀਖ ਸੁਣੀ ਜਬ, ਤੂਸ਼ਨ ਭਾਈ ਸੁਲੱਖਣੀ ਮੁਖ ਤਬ। ਹਾਂ ਜਦੋਂ ਭੈਣ ਨਾਨਕੀ ਜੀ ਨੇ ਮਿੱਠੇ ਬੋਲਾਂ ਦੇ ਸਹਿਤ ਇਹ ਸਾਰੀ ਸ਼ੁਭ ਸਿੱਖਿਆ ਦਿੱਤੀ ਨਾ,
ਤੇ ਮਾਤਾ ਸੁਲੱਖਣੀ ਜੀ ਵੀ ਅੱਗੋਂ ਤੂਸ਼ਨ ਮੈਨੇ ਵੀ ਚੁੱਪ ਹੋ ਗਏ, ਭਾਵ ਧੜ ਵੱਟ ਲਈ, ਅੱਗਿਓਂ ਕੋਈ ਆਪਣਾ ਵਿਚਾਰ ਨਾ ਪ੍ਰਗਟਾਇਆ। ਦੋਹਰਾ ਸਦਨ ਗਈ ਪੁਨ ਆਪਨੇ, ਮਨ ਸੰਚਿਤ ਨਿਤ ਹੋਏ, ਸਮਾ ਬਿਤਾਵਨ ਕਿਤਕ ਕਏ, ਮੁਖ ਤੇ ਤੂਸ਼ਨ ਹੋ। ਹਾਂ, ਫਿਰ ਇਸ ਪ੍ਰਕਾਰ ਮਾਤਾ ਸੁਲੱਖਣੀ ਜੀ ਆਪਣੇ ਘਰ ਵੱਲ ਨੂੰ ਗਏ ਹੈ, ਤੇ ਪਰ ਮਨ ਅੰਦਰ ਚਿੰਤਾ ਵੀ ਰਹਿੰਦੀ ਹੈ, ਪਰ ਹੁਣ ਚੁੱਪ ਵੱਟੀ ਹੋਈ ਹੈ ਤੇ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਹੈ। ਹੁਣ ਆਪਣੇ ਤਾਈਂ ਕੋਈ ਕਿਸੇ ਤਾਈਂ ਹੁਣ ਇਹ ਆਪਣਾ ਵਿਚਾਰ ਨਹੀਂ ਪ੍ਰਗਟਾਉਂਦੇ। ਇੱਥੇ ਇਹ ਪ੍ਰਸੰਗ ਦੀ ਸਮਾਪਤੀ ਹੈ। ਆਓ ਹੋਈਆਂ ਬੇਅੰਤ ਭੁੱਲਾਂ ਦੀ ਖਿਮਾਪ ਸੰਗਤ, ਸਤਿਗੁਰੂ ਪਿਤਾ ਬਖਸ਼ੰਦ ਨੇ ਅਖੀਰਲੀਆਂ 2 ਪੰਕਤੀਆਂ ਪੜ੍ਹ ਇਸ ਪ੍ਰਸੰਗ ਦੀ ਸਮਾਪਤੀ ਕਰੀਏ ਜੀ। ਦੋਹਰਾ ਸਦਨ ਗਈ ਪੁਨ ਆਪਨੇ, ਮਨ ਸੰਚਿਤ ਨਿਤ ਹੋਏ, ਸਮਾ ਬਿਤਾਵਨ ਕਿਤਕ ਕਏ, ਮੁਖ ਤੇ ਤੂਸ਼ਨ ਹੋਏ। ਹੇ ਅਚੁਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਵੀ ਹੋਵਨ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।